ਜਿਨੋ ਸੂਰਤਾ ਧੀਰ ਵਿਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਇਤਿਹਾਸ ਆਪਾਂ ਲੜੀਵਾਰ ਕਥਾ ਅੰਦਰ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਵਚਨ ਸਰਵਣ ਕੀਤੇ ਸਨ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਰਤਨ ਰਾਏ ਨਾਮ ਦਾ ਇੱਕ ਰਾਜਾ ਅਸਾਮ ਤੋਂ ਚੱਲ ਕੇ ਆਇਆ। ਇਹਨੇ ਇੱਕ ਹਾਥੀ ਭੇਟ ਕੀਤਾ ਪਾਤਸ਼ਾਹ ਦੀਆਂ। ਇਹ ਹਾਥੀ ਦੀ ਬਹੁਤ ਜ਼ਿਆਦਾ ਸੁੰਦਰਤਾ ਹੀ ਹੈ ਅਤੇ ਇਹ ਗੁਰੂ ਪਾਤਸ਼ਾਹ ਦੀ ਸੇਵਾ ਕਰਦਾ, ਕਦੇ ਜੋੜਾ ਝਾੜਦਾ, ਕਦੇ ਚੌਰ ਕਰਨ ਦੀ ਸੇਵਾ ਕਰਦਾ ਹਾਥੀ ਆਪਣੀ ਸੁਣ ਦੇ ਨਾਲ, ਕਦੇ ਮਹਾਰਾਜ ਜੀਆਂ ਦੇ ਚਰਨ ਧੋਂਦਾ, ਕਦੇ ਤੀਰਾਂ ਨੂੰ ਚੁੱਕ ਚੁੱਕ ਕੇ ਮਹਾਰਾਜ ਕੋਲ ਲੈ ਕੇ ਆਉਂਦਾ। ਹਾਥੀ ਦੇ ਐਸੇ ਗੁਣ ਵੇਖ ਕੇ ਭੀਮ ਚੰਦ ਰਾਜਾ ਜੋ ਪਹਾੜੀ ਰਾਜਾ ਹੈ ਵੈਰ ਪੈ ਗਿਆ ਕਿ ਹਾਥੀ ਮੇਰੇ ਕੋਲ ਆਉਣਾ ਚਾਹੀਦਾ। ਵਾਰ-ਵਾਰ ਹਾਥੀ ਦੀ ਮੰਗ ਕਰਦਾ ਪਰ ਮਹਾਰਾਜ ਜੀ ਇਸ ਨੂੰ ਵਾਰ-ਵਾਰ ਨਾ ਕਰਦੇ ਪਏ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗ ਯੁੱਧ ਦੀ ਤਿਆਰੀ ਕਰਦੇ ਪਏ। ਆਉਣ ਵਾਲਾ ਸਮਾਂ ਜਾਣ ਕੇ ਵੀ ਜੰਗ ਯੁੱਧ ਹੋਵੇਗਾ। ਗੁਰੂ ਘਰ ਦੇ ਜਿਹੜੇ ਬਸੰਤ ਨੇ ਉਹ ਡਰੇ ਹੋਏ ਨੇ, ਜੇ ਜੰਗ ਹੋਵੇਗਾ ਤੇ ਖਰਚਾ ਵੱਧ ਜਾਏਗਾ, ਸੰਗਤਾਂ ਡਰ ਜਾਣਗੀਆਂ, ਆਮਦਨ ਨਹੀਂ ਆਵੇਗੀ। ਇਹ ਸਾਰੇ ਬਸੰਤ ਇਕੱਠੇ ਹੋ ਕੇ ਮਾਤਾ ਗੁਜਰੀ ਜੀਆਂ ਨੂੰ ਜਾ ਕੇ ਆਖਦੇ ਆਪਣੇ ਪੁੱਤਰ ਨੂੰ ਰੋਕੋ, ਜੰਗ ਯੁੱਧ ਦਾ ਖਿਆਲ ਛੱਡ ਦੇਵੇ। ਮਾਤਾ ਗੁਜਰੀ ਜੀ ਉਹੀ ਗੱਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਹਿ ਰਹੇ ਨੇ, ਪੁੱਤਰ ਜੀ ਜੰਗ ਯੁੱਧ ਦਾ ਖਿਆਲ ਛੱਡ ਦੇ। ਤੇ ਸਤਿਗੁਰੂ ਫਿਰ ਅੱਗੋਂ ਜਵਾਬ ਦੇਣ ਲੱਗੇ, ਕਹਿਣ ਲੱਗੇ ਮਾਤਾ ਜੀ ਸਾਡਾ ਤੇ ਅਵਤਾਰ ਹੀ ਜੰਗ ਕਰਨ ਵਾਸਤੇ ਹੋਇਆ ਦੁਨੀਆ ਤੇ, ਅਸੀਂ ਆਏ ਤਾਂ ਹਾਂ ਕਿ ਜੰਗ ਯੁੱਧ ਕਰਨ। ਬਾਕੀ ਇਹ ਜਿਹੜੀ ਮਸੰਦਾਂ ਦੀ ਗੱਲ ਹੈ ਵੀ ਇਹ ਡਰੇ ਹੋਏ ਨੇ, ਉਹਦਾ ਜਿਹੜਾ ਕਾਰਨ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਇਹ ਅੱਜ ਆਪਾਂ ਵਚਨ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਓ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸੰਗਤ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ ਜੀ। ਬਿੰਦ ਮਸੰਦ ਅਦਿਕ ਧਨਵਾਨ। ਸਤਿਗੁਰੂ ਪਾਤਸ਼ਾਹ ਕਹਿ ਰਹੇ, ਕਹਿਣ ਲੱਗੇ ਜਿਹੜੇ ਮਸੰਦ ਨੇ ਨਾ ਡਰਦੇ ਪਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਕਰਨਗੇ, ਸੰਗਤ ਡਰ ਕੇ ਭੱਜ ਜਾਏਗੀ, ਰਾਜੇ ਵੈਰੀ ਬਣ ਜਾਣਗੇ। ਮਾਤਾ ਜੀ ਗੱਲ ਇਹ ਹੈ ਕਿ ਮਸੰਦ ਗੁਰੂ ਘਰ ਦਾ ਖਾ ਖਾ ਕੇ ਧੰਨ ਤੇ ਇਹਨਾਂ ਦੀ ਮੱਤ ਮਾਰੀ ਹੋਈ ਹੈ। ਇਹ ਬਹੁਤ ਜ਼ਿਆਦਾ ਇਸ ਵੇਲੇ ਧਨਾੜ ਹੋ ਗਏ ਨੇ, ਗੁਰੂ ਘਰ ਦੀ ਮਾਇਆ ਨਾਲ ਬੜੇ ਅਮੀਰ ਹੋ ਗਏ ਹਨ। ਹਏ ਵਧੇ ਨ ਪੂਜਾ ਧਾਨ। ਪੂਜਾ ਦਾ ਧਾਨ ਖਾ ਖਾ ਕੇ, ਗੁਰੂ ਦਾ ਪੈਸਾ ਗੁਰੂ ਦੇ ਨਾਮ ਤੇ ਖਾ ਖਾ ਕੇ, ਪੂਜਾ ਦਾ ਧਾਨ ਖਾ ਖਾ ਕੇ ਇਹ ਬੜੇ ਵੱਧ ਫੁੱਲ ਗਏ ਨੇ। ਸਰੀਰ ਕਰਕੇ ਵੀ ਮੋਟੇ ਹੋ ਗਏ, ਮਾਇਆ ਕਰਕੇ ਵੀ ਮੋਟੇ ਹੋ ਗਏ, ਅਮੀਰ ਹੋ ਗਏ। ਐਸੀ ਇਹਨਾਂ ਨੇ ਮਾਇਆ ਜਿਹੜੀ ਹੈ ਪੂਜਾ ਦੀ ਇਕੱਠੀ ਕੀਤੀ ਹੈ। ਆਤੁਰ ਚਿਤ ਕੇ ਜਮਨ ਹਰਣਾ। ਇਹ ਹੁਣ ਕਾਤਰ ਹੋ ਗਏ ਨੇ, ਡਰਪੋਕ ਹੋ ਗਏ ਨੇ, ਕਿਉਂਕਿ ਜਿਹੋ ਜੀ ਕਮਾਈ ਹੈ ਉਹ ਜੀ ਇਹਨਾਂ ਦੀ ਵਿਚਾਰਧਾਰਾ ਹੋ ਗਈ ਹੈ। ਪੂਜਾ ਦਾ ਧਾਨ ਖਾ ਕੇ ਕਾਇਰ ਹੋ ਗਏ ਤੇ ਡਰਦੇ ਪਏ। ਜੰਗ ਅਜੇ ਹੋਇਆ ਨਹੀਂ ਹੈ, ਅਜੇ ਕਈ ਸਾਲਾਂ ਨੂੰ ਹੋਣਾ ਹੈ। ਇਹ ਪਹਿਲਾਂ ਹੀ ਡਰੇ ਬੈਠੇ ਕਿ ਜੰਗ ਕਿਉਂ ਮਹਾਰਾਜ ਨੇ ਸ਼ੁਰੂ ਕਰ ਲਿਆ, ਜੰਗ ਅਸੀਂ ਕਰਨਾ, ਸਾਡੇ ਸਿੱਖਾਂ ਨੇ ਕਰਨਾ। ਇਹਨਾਂ ਦਾ ਵਿੱਚ ਕੀ ਹੈ? ਇਹਨਾਂ ਨੂੰ ਤੇ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਜੰਗ ਕਰੋ। ਇਹ ਕਾਇਰ ਨੇ ਜਿਹੜੇ ਪੂਜਾ ਦਾ ਧਾਨ ਖਾ ਕੇ ਤੇ ਇਸ ਵੇਲੇ ਸਾਡੇ ਨਾਲ ਦੇ ਹਰਾਮੀ ਹੋ ਗਏ ਨੇ, ਤਾਂ ਡਰਦੇ ਪਏ ਹਨ। ਆਪਣਾ ਧੀਰਜ ਮਤ ਕੋ ਕਰਨਾ। ਤੇ ਕਹਿਣ ਲੱਗੇ ਇਹਨਾਂ ਦੀ ਜਿਹੜੀ ਮਤ ਹੈ ਨਾ ਉਹ ਸਾਰੀ ਇਸ ਵੇਲੇ ਨਾਸ ਹੋ ਗਈ ਹੈ। ਚਿੱਤੇ ਕਾਇਰ ਹੋ ਗਏ ਨੇ। ਜਿਵੇਂ ਹਿਰਨ ਹੁੰਦਾ ਨਾ ਗੁਰਮੁਖੋ, ਹਿਰਨ ਭਾਵੇਂ ਸਾਰੇ ਜੰਗਲ ਵਿੱਚ ਫਿਰਦਾ ਜ਼ਰੂਰ ਹੈ, ਮਾੜਾ ਜਿਹਾ ਖੜਾਕ ਨਹੀਂ ਹੋਇਆ, ਮਾੜਾ ਜਿਹਾ ਸ਼ੋਰ ਨਹੀਂ ਕਿਤੇ ਪਿਆ, ਮਾੜੀ ਜਿਹੀ ਆਵਾਜ਼ ਹੋਵੇ ਤੇ ਉਸ ਵੇਲੇ ਹਿਰਨ ਭੱਜ ਉੱਠਦਾ। ਉਹ ਅੱਗੇ ਪਿੱਛੇ ਇਹ ਨਹੀਂ ਦੇਖਦਾ ਵੀ ਹੋਇਆ ਕੀ ਹੈ, ਡਰਦਾ ਇੰਨਾ। ਖੜਕਾ ਹੋਇਆ ਨਹੀਂ, ਹਿਰਨ ਨੇ ਉਸੇ ਵੇਲੇ ਭੱਜ ਪਿਆ, ਕਿਉਂਕਿ ਡਰਾਕਲ ਹੈ, ਦਿਲ ਨਹੀਂ ਹੈ, ਧੀਰਜ ਨਹੀਂ ਹੈ ਹਿਰਨ ਦੇ ਕੋਲ। ਮਹਾਰਾਜ ਕਹਿਣ ਲੱਗੇ ਬਸੰਤਾਂ ਦੇ ਦਿਲ ਜਿਹੜੇ ਨੇ ਉਹ ਹਿਰਨਾਂ ਵਰਗੇ ਨੇ। ਜੰਗ ਹਲੇ ਹੋਇਆ ਨਹੀਂ, ਗੱਲ ਕੋਈ ਹੋਈ ਨਹੀਂ, ਪਹਿਲੇ ਡਰੇ ਹੋਏ ਹਨ। ਮਸਲਤ ਕੇ ਨਯ ਅਧਿਕਾਰੀ। ਇਹ ਸਲਾਹ ਦੇ ਅਧਿਕਾਰੀ ਨਹੀਂ। ਜੇ ਆਪਾਂ ਆਖੀਏ ਨਾ ਵੀ ਇਹਨਾਂ ਦੀ ਸਲਾਹ ਲਈਏ ਤੇ ਸਲਾਹ ਉਹਦੀ ਲਈ ਜਾਂਦੀ ਹੈ
ਜਿਹੜਾ ਉਸ ਚੀਜ਼ ਨੂੰ ਜਾਣਦਾ ਹੈ, ਜਿਹਨੂੰ ਕੋਈ ਗਿਆਨ ਹੋਵੇ ਸਲਾਹ ਤੇ ਉਹਦੀ ਲਈ ਹੈ, ਤੇ ਜਿਹਨੂੰ ਗਿਆਨ ਹੀ ਨਹੀਂ ਉਹਦੀ ਸਲਾਹ ਕੀ ਲਵਾਂ। ਸਲਾਹ ਉਹ ਦੇ ਸਕਦਾ ਹੈ, ਗੁਣ ਉਹ ਦੱਸ ਸਕਦਾ ਹੈ ਜਿਹਨੂੰ ਕੋਈ ਜਾਣਕਾਰੀ ਹੈ। ਜਿਹਨੂੰ ਜਾਣਕਾਰੀ ਨਹੀਂ ਉਹ ਕੀ ਦੱਸੇ। ਆਪਾਂ ਵਚਨ ਸਰਵਣ ਕਰਦੇ ਨਾ, ਕਹਿਣ ਲੱਗੇ ਕੋਈ ਬੰਦਾ ਬਿਮਾਰ ਹਾਥੀ ਵੇਚਣ ਵਾਸਤੇ ਆ ਗਿਆ। ਹੁਣ ਹਾਥੀ ਵਾਲੇ ਨੂੰ ਡਰ ਹੈ, ਮੇਰਾ ਹਾਥੀ ਬਿਮਾਰ ਹੈ, ਕੋਈ ਭਾਨੀ ਨਾ ਮਾਰ ਦੇ, ਮੈਂ ਵੇਚਣਾ। ਜਦੋਂ ਹਾਥੀ ਬਾਜ਼ਾਰ ਦੇ ਵਿੱਚ ਵੇਚਣ ਵਾਸਤੇ ਲੈ ਕੇ ਆਇਆ ਤੇ ਉਹ 'ਚ ਇੱਕ ਬੰਦਾ, ਉਹ ਕਦੇ ਹਾਥੀ ਨੂੰ ਅੱਗੋਂ ਦੇਖੇ, ਕਦੇ ਪਿੱਛੋਂ ਦੇਖੇ, ਕਦੇ ਸੱਜਿਓਂ ਕਦੇ ਖੱਬਿਓਂ ਦੇਖੇ। ਹਾਥੀ ਵੇਚਣ ਵਾਲਾ ਡਰ ਗਿਆ, ਇਹ ਬੰਦਾ ਕੋਈ ਬਹੁਤਾ ਜਾਣਕਾਰ ਹੈ, ਇਹਨੂੰ ਮੇਰੇ ਹਾਥੀ ਦੀ ਬਿਮਾਰੀ ਦਾ ਪਤਾ ਲੱਗ ਗਿਆ, ਇਹਨੇ ਮੇਰਾ ਹਾਥੀ ਵਿਗੜ ਨਹੀਂ ਦੇਣਾ। ਉਹਨੇ ਛੇਤੀ ਦੇ ਨਾਲ ਜੇਬ ਵਿੱਚੋਂ ਪੈਸੇ ਕੱਢੇ, 1000-2000 ਰੁਪਇਆ ਉਹਦੀ ਤਲੀ ਤੇ ਰੱਖਿਆ, ਕਹਿਣ ਲੱਗਾ ਚੁੱਪ ਕਰ, ਦੱਸੀ ਨਾ ਕਿਤੇ। ਹਾਥੀ ਵੇਚਣ ਵਾਲੇ ਨੂੰ ਡਰ ਇਹ ਹੈ ਕਿ ਇਹਨੇ ਬਿਮਾਰੀ ਲੱਭ ਲਈ ਹੈ, ਇਹ ਹਾਥੀ ਵਿਗੜ ਨਹੀਂ ਦੇਵੇ। ਪਰ ਉਹ ਪੈਸੇ ਲੈ ਕੇ ਫਿਰ ਹਾਥੀ ਨੂੰ ਕਦੇ ਅੱਗੋਂ ਤੇ ਕਦੇ ਪਿੱਛੋਂ ਵੇਖੇ। ਮਾਲਕ ਤੋਂ ਰਿਹਾ ਨਹੀਂ ਗਿਆ, ਉਹਨੇ ਪੁੱਛ ਹੀ ਲਿਆ, ਕਹਿਣ ਲੱਗਾ ਪੈਸੇ ਵੀ ਲੈ ਲਏ ਅਜੇ ਵੀ ਤੂੰ ਹਾਥੀ ਦੀ ਇਹ ਵੇਖਦਾ ਪਿਆ ਵੀ ਹਾਥੀ ਬੜੀ ਨਿਗਰਾਨੀ ਦੇ ਨਾਲ ਗੱਲ ਕੀ ਹੈ। ਉਹ ਵੇਖਣ ਵਾਲਾ ਕਹਿਣ ਲੱਗਾ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਹਾਥੀ ਦਾ ਮੂੰਹ ਕਿੱਧਰ ਹੈ, ਖਾਂਦਾ ਕਿਵੇਂ। ਮੈਂ ਤੇ ਇਹ ਵੇਖਦਾ ਪਿਆ ਵੀ ਮੂੰਹ ਕਿਹੜੇ ਪਾਸੇ ਆ ਤੇ ਖਾਂਦਾ ਕਿਵੇਂ। ਹਾਥੀ ਵੇਚਣ ਵਾਲੇ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਨੂੰ ਹਾਥੀ ਦੀ ਕੋਈ ਜਾਣਕਾਰੀ ਨਹੀਂ। ਮੈਂ ਤੇ ਵੇਖ ਕੇ ਡਰ ਗਿਆ ਵੀ ਸ਼ਾਇਦ ਮੇਰੇ ਹਾਥੀ ਦਾ ਰੋਗ ਲੱਭ ਲਿਆ। ਇਹਨੂੰ ਤੇ ਇਹ ਹੀ ਨਹੀਂ ਪਤਾ ਵੀ ਹਾਥੀ ਖਾਂਦਾ ਕਿਹੜੇ ਪਾਸੇ, ਤੇ ਰੋਗ ਇਹਨੇ ਕੀ ਲੱਭਣਾ। ਕਹਿਣ ਲੱਗਾ ਲਿਆ ਮੇਰੇ ਪੈਸੇ ਵਾਪਸ ਕਰ, ਫਿਰ ਤੈਨੂੰ ਮੈਂ ਦੱਸਾਂਗਾ ਵੀ ਇਹਦਾ ਮੂੰਹ ਕਿਹੜੇ ਬੰਨੇ। ਭਾਵ ਇਹ ਹੈ ਜਿਹਨੂੰ ਕਿਸੇ ਗੱਲ ਦੀ ਜਾਣਕਾਰੀ ਨਹੀਂ ਨਾ, ਉਹ ਕਿਸੇ ਨੂੰ ਸਲਾਹ ਵੀ ਨਹੀਂ ਦੇ ਸਕਦਾ। ਇਹਨੂੰ ਬਸੰਤ ਨਾ ਇਹਨਾਂ ਦੇ ਪਿਓ ਨੇ ਜੰਗ ਕੀਤਾ, ਨਾ ਕਿਤੇ ਦਾਦੇ ਨੇ ਪੜਦਾਦੇ ਨੇ, ਖਾਨਦਾਨ ਵਿੱਚੋਂ ਜੰਗ ਤੇ ਕਿਸੇ ਨੇ ਇਹਨਾਂ ਨੇ ਕੀਤਾ ਨਹੀਂ। ਇਹ ਜੰਗ ਦੀ ਸਲਾਹ ਵੀ ਇਹ ਕੀ ਦੇ ਸਕਦੇ ਨੇ? 10ਵੇਂ ਪਾਤਸ਼ਾਹ ਵੀ ਮਹਾਰਾਜ ਜੰਗ ਕਰੋ ਜਾਂ ਨਾ ਕਰੋ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਆਪਣੀ ਮਾਤਾ ਨੂੰ, ਮਾਤਾ ਗੁਜਰੀ ਜੀਆਂ ਨੂੰ ਕਹਿਣ ਲੱਗੇ, ਮਾਤਾ ਜੀ ਜਿਹੜੇ ਬਸੰਤ ਤੁਹਾਨੂੰ ਇਹ ਗੱਲਾਂ ਆ ਕੇ ਦੱਸਦੇ ਵੀ ਜੰਗ ਵਿੱਚ ਬੜਾ ਖਤਰਾ ਹੈ, ਬੜਾ ਦੁੱਖ ਹੈ, ਇਹਨਾਂ ਦੀ ਗੱਲ ਨਾ ਸੁਣੋ, ਇਹਨਾਂ ਨੂੰ ਜੰਗ ਬਾਰੇ ਕੋਈ ਪਤਾ ਨਹੀਂ ਹੈ। ਜਿਨਹੁ ਸੂਰਤਾ ਧੀਰ ਵਿਸਾਰੀ, ਕਿਉਂਕਿ ਇਹਨਾਂ ਵਿੱਚ ਨਾ ਸੂਰਮਤਾਈ ਹੈ ਤੇ ਨਾ ਧੀਰ ਧਾਰੀ ਨੇ, ਨਾ ਇਹਨਾਂ ਵਿੱਚ ਹੌਸਲਾ ਤੇ ਨਾ ਸੂਰਮਾਪਨ ਹੈ। ਜੰਗ ਹੋਣਾ ਨਹੀਂ, ਭੱਜ ਇਹਨਾਂ ਨੇ ਪਹਿਲਾਂ ਖਲੋਣਾ ਹੈ। ਐਸੇ ਜਿਹੜੇ ਕਾਇਰ ਲੋਕ ਹੋਣ, ਨਰਪੂਪ ਹੋਣ, ਉਹਨਾਂ ਦੀ ਸਲਾਹ ਵੀ ਨਹੀਂ ਲੈਣੀ ਚਾਹੀਦੀ ਹੈ। ਕਿ ਭਨੇ ਨਾ ਬਨੋ ਕਲੀਵਾ, ਇਸ ਕਰਕੇ ਮਾਤਾ ਜੀ ਇਹ ਇਨਕੇ ਭਣੇ, ਇਹਨਾਂ ਦੇ ਕਹਿਣ ਤੇ ਇਹਨਾਂ ਦੇ ਮਗਰ ਨਾ ਲੱਗੋ। ਅਜੇ ਤੇ ਇਹਨਾਂ ਦੀ ਸ਼ੁਰੂਆਤ ਹੋਈ ਹੈ, ਤੁਹਾਨੂੰ ਕਹਿੰਦੇ ਨੇ, ਤੁਸੀਂ ਇਹਨਾਂ ਦੀ ਗੱਲ ਸੁਣ ਕੇ ਸਾਨੂੰ ਰੋਕਣ ਲੱਗ ਪੈਂਦੇ, ਪੁੱਤਰ ਦੀ ਜੰਗ ਨਾ ਕਰੋ। ਇਹਨਾਂ ਮਸੰਦਾਂ ਦੇ ਮਗਰ ਲੱਗ ਕੇ ਤੁਸੀਂ ਨਾ ਡਰੋ, ਡਰਨਾ ਨਾ ਕਰੋ, ਜੋ ਕੁਝ ਹੋਵੇਗਾ ਉਹ ਭਲਾ ਹੀ ਹੈ। ਬਸਨ ਕਹਾਂ ਹੋਏ ਰੁੱਤੇ ਨੀਵਾ, ਪਰ ਇੱਕ ਗੱਲ ਹੈ ਵੀ ਦੁਸ਼ਮਣ ਤੋਂ ਨੀਵੇਂ ਹੋ ਕੇ ਵਸਣਾ ਵੀ ਤੂੰ ਵਸਣਾ ਥੋੜੀ ਹੈ, ਕਿਸੇ ਦੇ ਥੱਲੇ ਲੱਗ ਕੇ ਗੁਲਾਮ ਬਣ ਕੇ ਹਰ ਵੇਲੇ ਦੁੱਖ ਦੇ ਸਹਿਤ ਹੋ ਕੇ ਜਿਉਣਾ, ਉਹ ਕਾਹਦਾ ਜਿਉਣਾ? ਜਿਉਣਾ ਤੇ ਇੱਜ਼ਤ ਦੇ ਨਾਲ ਹੈ, ਜਿਉਣਾ ਤੇ ਸਤਿਕਾਰ ਮਾਣ ਦੇ ਨਾਲ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਮਹਾਰਾਜ ਦਾ ਬਚਨ ਹੈ, ਇੱਜ਼ਤ ਗਵਾ ਕੇ ਜੇ ਜੀਵਿਆ ਤੇ ਉਹ ਜੀਣਾ ਵੀ ਹਰਾਮ ਹੈ। ਸਭ ਹਰਾਮ ਜੇਤਾ ਕਿਛ ਖਾਏ, ਖਾਣਾ ਪੀਣਾ ਜੋ ਵੀ ਤੇਰਾ ਹਰਾਮ ਹੀ ਹੈ, ਤੇਰਾ ਕਾਰਿਆ ਲਾਹਨਤ ਹੈ ਤੇਰੇ ਖਾਣ ਪੀਣ ਨੂੰ, ਜੇ ਇੱਜ਼ਤ ਗਵਾ ਕੇ ਤੇ ਫਿਰ ਵੀ ਚਾਪਲੂਸੀ ਕਰਦਾ ਪਿਆ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮਾਤਾ ਜੀ ਦੁਸ਼ਮਣ ਤੋਂ ਨੀਵੇਂ ਹੋ ਕੇ ਨਹੀਂ ਜਿਉਇਆ ਜਾਂਦਾ, ਦੁਸ਼ਮਣ ਦੇ ਬਰਾਬਰ ਹੋਣਾ ਪੈਂਦਾ, ਫਿਰ ਜਾ ਕੇ ਗੱਲ ਬਣਦੀ ਹੈ। ਜੋ ਤੁਮਾਰੋ ਅਬਹਿ ਮਨ, ਅਸੀਂ ਤੁਹਾਡਾ ਕਿਹਾ ਹੋਇਆ ਵਚਨ ਕਦੇ ਮੋੜਦੇ ਨਹੀਂ। ਸਤਿਗੁਰੂ ਆਪਣੀ ਮਾਤਾ ਜੀ ਨੂੰ ਸਮਝਾਉਂਦੇ ਪਏ, ਮਾਤਾ ਜੀ ਤੁਹਾਡਾ ਵਚਨ ਅਸੀਂ ਕਦੇ ਨਹੀਂ ਮੋੜਦੇ, ਨਾ ਮੋੜਨਾ ਚਾਹੁੰਦੇ ਆ, ਪਰ ਤੁਸੀਂ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਸਾਨੂੰ ਐਸੇ ਵਚਨ ਨਾ ਆਖਣਾ ਕਰੋ। ਉਤਪਾਤ ਪ੍ਰਤਮ ਨ ਥਾਨੈ, ਅਸੀਂ ਇਹ ਵਚਨ ਤੁਹਾਨੂੰ ਪਹਿਲਾਂ ਵੀ ਦਿੱਤਾ ਹੈ। ਧੰਨ 10ਵੇਂ ਪਾਤਸ਼ਾਹ ਦੇ ਆਪਾਂ ਕਥਾ ਸਰਵਣ ਕਰਦੇ ਪਹਿਲਾਂ ਵੀ ਇਹ ਵਚਨ ਆਇਆ। ਸਤਿਗੁਰੂ ਕਹਿਣ ਲੱਗੇ ਮਾਤਾ ਜੀ ਸਾਡੀ ਫੌਜ ਪਹਿਲਾਂ ਨਹੀਂ ਕਿਤੇ ਚੜ ਕੇ ਜਾਏਗੀ, ਇਹ ਤੁਹਾਨੂੰ ਅਸੀਂ ਜ਼ੁਬਾਨ ਦਿੰਦੇ ਆ, ਵਚਨ ਦਿੰਦੇ ਆ। ਮੇਰੀ ਫੌਜ, ਮੇਰਾ ਖਾਲਸਾ ਚੜਾਈ ਨਹੀਂ ਕਿਸੇ ਤੇ ਕਰਕੇ ਜਾਏਗਾ, ਪਰ ਜਿਹੜਾ ਚੜ ਕੇ ਆਵੇਗਾ ਉਹਨੂੰ ਫਿਰ ਅਸੀਂ ਬਖਸ਼ਾਂਗੇ ਵੀ। ਗੁਰੂ ਕੋ 14 ਜੰਗ ਕੀਤੇ ਧੰਨ 10ਵੇਂ ਪਾਤਸ਼ਾਹ, 14 ਜੰਗਾਂ ਵਿੱਚੋਂ ਇੱਕ ਵੀ ਜੰਗ ਐਸਾ ਨਹੀਂ ਵੀ ਮਹਾਰਾਜ ਆਪ ਕਿਤੇ ਫੌਜ ਲੈ ਕੇ ਗਏ ਹੁਣ ਕਿਸੇ ਦੇ ਨਾਲ ਲੜਨ। 14 ਜੰਗ ਉਹ ਹੋਏ ਜਿਹੜੇ ਲੋਕੀ ਆ ਕੇ ਗੱਲ ਪਏ। ਸਤਿਗੁਰਾਂ ਨੇ ਵਚਨ ਨਿਭਾ ਕੇ ਵਿਖਾਇਆ। ਕਹਿਣ ਲੱਗੇ ਮਾਤਾ ਜੀ ਸਾਡੀ ਫੌਜ ਕਿਸੇ ਦੇ ਪੈਰ ਨਹੀਂ ਕਰੇਗੀ, ਅਸੀਂ ਚੜ ਕੇ ਨਹੀਂ ਕਿਸੇ ਤੇ ਜਾਵਾਂਗੇ। ਅਹੰਕਾਰ
ਵਡਿਆਈ ਪਹਾਰੀ ਪਰ ਜੇ ਕੋਈ ਬੰਦਾ ਮਾਣ ਕਰਕੇ ਹੰਕਾਰ ਕਰਕੇ ਸਾਡੇ ਗਾਲੀ ਪੈ ਜਾਵੇ, ਆ ਕੇ ਸਾਡੀ ਇੱਜ਼ਤ ਨੂੰ ਹੱਥ ਪਾਏਗਾ। ਔਰ ਖਾਸ ਕਰਕੇ ਜਿਹੜੇ ਪਹਾੜੀਏ ਰਾਜੇ ਨੇ, ਬਾਈ ਧਾਰ ਦੇ ਰਾਜੇ, ਬਾਈ ਰਾਜੇ ਨੇ, ਮੰਨ ਲਓ ਕਿ ਜੇ ਹੰਕਾਰ ਕਰਕੇ ਸਾਡੇ ਆ ਕੇ ਹੱਥੀਂ ਪੈਂਦੇ ਹਨ, ਕਿਉਂ ਹੂੰ ਚਾਹੇ ਕਰਨ ਬਿਗਾਰੀ ਤੇ ਸਾਡਾ ਜੇ ਵਿਗਾੜਨਾ ਚਾਹਣ, ਸਾਨੂੰ ਦੁੱਖ ਦੇਣਾ ਚਾਹਣ, ਜੇ ਸਾਨੂੰ ਕਸ਼ਟ ਦੇਣਾ ਚਾਹੁੰਦੇ ਹਨ, ਬਹੁ ਨਾਮ ਤੇ ਹੋਵੇ ਟਾਰਾ ਮਾਤਾ ਜੀ ਫਿਰ ਨਹੀਂ ਅਸੀਂ ਕਰਨਾ। ਜੇ ਕੋਈ ਸਾਡੇ ਗਾਲੀ ਪੈ ਗਿਆ, ਘਰ ਆ ਕੇ ਸਾਡੀ ਇੱਜ਼ਤ ਨੂੰ ਰੁੜੇਗਾ, ਸਾਨੂੰ ਨੀਵਾਂ ਵਿਖਾਉਣ ਦਾ ਯਤਨ ਕਰੇਗਾ, ਤੇ ਫਿਰ ਅਸੀਂ ਘਰੇ ਟਲਣਾ ਕੋਈ ਨਹੀਂ, ਪਹਿਲ ਨਹੀਂ ਕਰਾਂਗੇ, ਸਾਡੀ ਫੌਜ ਚੜ੍ਹ ਕੇ ਨਹੀਂ ਜਾਏਗੀ। ਪਰ ਜੇ ਕੋਈ ਆ ਗਿਆ ਨਾ ਸਾਡੇ ਨਾਲ ਲੜਨ ਵਾਸਤੇ, ਤੇ ਫਿਰ ਅਸੀਂ ਟਲ ਕੇ ਵੀ ਨਹੀਂ ਬੈਠਾਂਗੇ, ਕਿਉਂਕਿ ਵੱਡਿਆਂ ਸਤਿਗੁਰਾਂ ਦਾ ਬਚਨ ਹੈ, ਮੂਰਖ ਗੰਢ ਪਵੈ ਮੋਹਿ ਮਾਰ। ਮੂਰਖ ਦੇ ਨਾਲ ਜੇ ਤੁਸੀਂ ਕੁਝ ਲਗਾਉਣਾ ਚਾਹੁੰਦੇ ਹੋ, ਤੇ ਫਿਰ ਉਹ ਮਾਰ ਕੇ ਉਹ ਮੂਰਖ ਨੂੰ ਸਮਝਾਇਆ ਜਾ ਸਕਦਾ, ਕਿਉਂਕਿ ਡੰਡਾ ਪੀਰ ਹੈ ਵਿਗੜੇ ਤਿਗੜਿਆਂ ਨੂੰ, ਕਿ ਡੰਡਾ ਪੀਰ ਹੈ ਵਿਗੜਿਆਂ ਨੂੰ ਸਮਝਾਉਣ ਵਾਸਤੇ। ਇਸ ਕਰਕੇ ਮੂਰਖਾਂ ਦੇ ਨਾਲ ਤੇ ਫਿਰ ਤਾਂ ਹੀ ਬਣਦੀ ਹੈ ਜੇ ਬਰਾਬਰ ਦਾ ਹੋ ਕੇ ਟੱਕਰ ਨਾ ਕਰੀਏ। ਮੋਰੋ ਕਰਕੇ ਬਿਨ ਹੰਕਾਰਾ ਅਤੇ ਇਸੇ ਤਰ੍ਹਾਂ ਮੋਰੋ ਅਸੀਂ ਮੋੜਾਂਗੇ, ਜਿਹੜਾ ਹੰਕਾਰ ਕਰਕੇ ਆਵੇਗਾ ਨਾ ਕਿ ਲੜਦੇ ਆ 10ਵੇਂ ਪਾਤਸ਼ਾਹ ਦੇ ਨਾਲ, ਉਹਨੂੰ ਇਹੋ ਜੀ ਜੰਗ ਦੇ ਵਿੱਚ ਮਾਰਾਂਗੇ, ਹੰਕਾਰ ਸਾਰੇ ਟੁੱਟ ਜਾਣਗੇ, ਮਾਨ ਸਾਰੇ ਟੁੱਟ ਜਾਣਗੇ, ਹੰਕਾਰ ਤੋੜ ਕੇ ਜੰਗ ਦੇ ਵਿੱਚੋਂ ਭੱਜਦੇ ਹੋਏ ਨਜ਼ਰ ਆਉਣਗੇ। ਐਸਾ ਜੰਗ ਕਰਕੇ ਵਿਖਾਉਣਾ ਹੈ। ਸੁਰ ਜਨਨੀ ਨੰਦਨ ਕੇ ਬੈਨਾ ਜਦੋਂ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੇ ਸੁਣੇ ਨਾ ਬਚਨ ਆਪਣੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ, ਐਸੇ ਦਲੇਰੀ ਵਾਲੇ, ਹਿੰਮਤ ਵਾਲੇ ਔਰ ਸੱਚੇ ਬਚਨ ਸੁਣੇ ਹਨ, ਜਥਾ ਜੋਗ ਜਨ ਕੋ ਕਿਤ ਭੈ ਨਾ ਮਾਤਾ ਜੀ ਜਾਣ ਗਏ ਕਿ ਸਾਡਾ ਪੁੱਤਰ ਕਹਿ ਵੀ ਠੀਕ ਰਿਹਾ। ਔਰ ਦੂਜੀ ਗੱਲ ਇਹ ਹੈ ਵੀ ਇਹਨਾਂ ਦੇ ਮਨ ਵਿੱਚ ਕਿਸੇ ਦਾ ਭੈ ਨਹੀਂ ਹੈ, ਡਰ ਕਿਸੇ ਦਾ ਨਹੀਂ। ਤੇ ਜਿਹੜਾ ਡਰ ਗਿਆ ਉਹ ਫਿਰ ਗੁਰੂ ਨਹੀਂ ਨਾ ਹੋ ਸਕਦਾ, ਗੁਰੂ ਦੇ ਕੋਲ ਡਰ ਤੇ ਆਉਂਦਾ ਹੀ ਨਹੀਂ। ਸੂਰਜ ਦੇ ਨੇੜੇ ਹਨੇਰਾ ਨਹੀਂ ਜਾ ਸਕਦਾ, ਤੇ ਗੁਰੂ ਦੇ ਕੋਲ ਡਰ ਨਹੀਂ ਆ ਸਕਦਾ। ਇਹ ਤੇ ਜਦੋਂ ਦੋਏ ਦੇ ਪਿੰਜਰੇ ਵਿੱਚ ਬੰਦ ਨੇ, ਦਿੱਲੀ ਦੀ ਧਰਤੀ ਤੇ ਔਰੰਗਜ਼ੇਬ ਬਾਦਸ਼ਾਹ ਬੰਦ ਕਰਕੇ ਬੈਠਾ ਹੋਇਆ, ਜਿਹਦਾ ਨਾਂ ਸੁਣ ਕੇ ਦੁਨੀਆ ਤਰਾਏ ਤਰਾਏ ਕੰਬਦੀ ਹੈ, ਉਸ ਦੇ ਦੋਏ ਦੇ ਪਿੰਜਰੇ ਵਿੱਚ ਬੈਠੇ ਹੋਏ ਬਚਨ ਕਰਦੇ ਪਏ, ਭੈ ਕਾਹੂ ਕੋ ਦੇਤ ਨਹਿ ਭੈ ਮਾਨ ਧਿਆਨ ਹੋ ਗਿਆ। ਨਾ ਅਸੀਂ ਸਾਰੀ ਜ਼ਿੰਦਗੀ ਕਿਸੇ ਨੂੰ ਡਰ ਦਿੱਤਾ, ਤੇ ਨਾ ਅਸੀਂ ਤੇਰੇ ਵਰਗਿਆਂ ਦਾ ਡਰ ਮੰਨਦੇ ਆ। ਜੇਲ੍ਹ ਵਿੱਚ ਬੈਠੇ ਤੇ ਤਾਂ ਕੀ ਹੋਇਆ? ਇਹ ਉਹ ਗੁਰੂ ਹੈ ਜਿਹੜਾ ਜੇਲ੍ਹ ਵਿੱਚ ਬੈਠਾ ਹੈ, ਔਰੰਗਜ਼ੇਬ ਸ਼ਹੀਦ ਕਰਨ ਦੀ ਗੱਲ ਕਰਦਾ ਹੈ, ਉੱਥੇ ਭੈ ਨਹੀਂ ਮੰਨਿਆ, ਤੇ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿਵੇਂ ਭੈ ਮੰਨ ਸਕਦੇ ਹਨ? ਉਹ ਕਹਿਤ ਹੀ ਉਤਰ ਗਵਨੀ ਅਤੇ ਉਹ ਕਹਿਣ ਲੱਗੇ ਮਾਤਾ ਸਾਹਿਬ ਜੀਆਂ ਨੇ ਜਾਣ ਲਿਆ ਕਿ ਡਰਨ ਵਾਲੇ ਨਹੀਂ। ਇਹ ਉੱਤਰ ਦੇ ਕੇ ਤੇ ਉਸ ਵੇਲੇ ਮਾਤਾ ਜੀ ਫਿਰ ਚੱਲਣ ਲੱਗੇ। ਕਿਤ ਸਭ ਭੀਮ ਚੰਦ ਕੀ ਆਪਣੀ ਕਹਿਣ ਲੱਗੇ, ਮਾਤਾ ਜੀ ਨੇ ਆਖਿਆ, ਕਹਿਣ ਲੱਗੇ ਪੁੱਤਰ ਚਲੋ ਠੀਕ ਹੈ, ਤੁਸੀਂ ਠੀਕ ਕਹਿੰਦੇ ਜੋ ਕਹਿੰਦੇ, ਪਰ ਇੱਕ ਗੱਲ ਦਾ ਖਿਆਲ ਰੱਖੋ ਕਿ ਜਿਹੜਾ ਆਪਣਾ ਅਨੰਦਪੁਰ ਸਾਹਿਬ ਸ਼ਹਿਰ ਹੈ ਨਾ, ਇਹ ਭੀਮ ਚੰਦ ਰਾਜੇ ਦੀ ਰਿਆਸਤ ਵਿੱਚ ਪੈਂਦਾ, ਰਾਜ ਉਹਦਾ ਹੈ, ਇਹ ਸੂਬਾ ਸਟੇਟ ਉਹਦੀ ਹੈ, ਉਹਦੇ ਵਿੱਚ ਆਪਾਂ ਇਹ ਸ਼ਹਿਰ ਖਰੀਦਿਆ ਆ ਕੇ। ਤੇ ਜਿਹੜੇ ਰਾਜੇ ਦੇ ਰਾਜ ਵਿੱਚ ਰਹੀਏ ਨਾ, ਜਿਸ ਦਾ ਰਾਜ ਕਿਸੇ ਦਾ ਸੁਪਨਾ, ਬਾਣੀ ਦਾ ਬਚਨ ਹੈ, ਜਿਹਦਾ ਰਾਜ ਹੋਵੇ ਨਾ, ਉਹਨੂੰ ਵਾਹ ਭਲੀ ਕਹਿਣਾ ਪੈਂਦਾ, ਸਲੂਟ ਮਾਰਨਾ ਹੀ ਪੈਂਦਾ, ਸਲਾਮ ਕਰਨੀ ਪੈਂਦੀ, ਕਿਉਂਕਿ ਰਾਜ ਉਹਦਾ ਹੈ। ਮਾਤਾ ਜੀ ਕਹਿਣ ਲੱਗੇ ਵੀ ਭੀਮ ਚੰਦ ਰਾਜੇ ਦੀ ਰਿਆਸਤ ਵਿੱਚ ਆਪਾਂ ਰਹਿੰਦੇ ਆ, ਇਸ ਗੱਲ ਨੂੰ ਖਿਆਲ ਰੱਖਣਾ ਹੈ। ਸ਼ਾਂਤ ਸਮੇਤ ਬਸੋ ਸੁਖ ਪਾਵੋ ਅਸੀਂ ਤੁਹਾਨੂੰ ਇਹ ਗੱਲ ਕਹਾਂਗੇ ਵੀ ਸ਼ਾਂਤੀ ਦੇ ਸਮੇਤ ਰਹੋ, ਆਪਾਂ ਨੂੰ ਲੜਨ ਦੀ ਝਗੜਾ ਕਰਨ ਦੀ ਕੋਈ ਲੋੜ ਨਹੀਂ ਹੈ। ਫਿਰ ਵੀ ਉਹ ਸਮੇਂ ਦਾ ਰਾਜਾ ਹੈ, ਉਹਦੀ ਰਿਆਸਤ ਵਿੱਚ ਆਪਾਂ ਰਾਜ ਵਿੱਚ ਰਹਿੰਦੇ ਆ, ਆਪਾਂ ਇੱਕ ਸ਼ਹਿਰ ਖਰੀਦਿਆ ਹੈ, ਆਪਾਂ ਨੂੰ ਉਹਦੇ ਨਾਲ ਲੜਨ ਦਾ ਕੋਈ ਲਾਭ ਨਹੀਂ। ਸ਼ਾਂਤੀ ਦੇ ਨਾਲ ਸੁਖ ਦੇ ਨਾਲ ਰਹਿ ਕੇ ਸਮਾਂ ਬਤੀਤ ਕਰੋ। ਮਹਿ ਨਿਜ ਤੇ ਉਤਪਾਤ ਕੋ ਠਾਕੁਰ ਆਪਣੇ ਵੱਲੋਂ ਨਾ ਤੁਸੀਂ ਝਗੜਾ ਸ਼ੁਰੂ ਕਰੋ। ਮਾਤਾ ਗੁਜਰੀ ਜੀ ਬੜਾ ਸਿਆਣਾ ਬਚਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਕਰਦੇ ਪਏ ਕਿ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦਾ ਝਗੜੇ ਦੀ ਕੋਈ ਪਹਿਲ ਨਹੀਂ ਹੋਣੀ ਚਾਹੀਦੀ ਹੈ। ਨੰਦ ਚੰਦ ਕਰ ਬੰਦ ਬਖਾਮੀ ਇਸੇ ਤਰ੍ਹਾਂ ਮਾਤਾ ਜੀ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ, ਕੋਲ ਹੀ ਇੱਕ ਸਿੱਧ ਬੈਠਾ, ਮਹਾਰਾਜ ਜੀਆਂ ਦਾ ਨਾਮ ਹੈ ਨੰਦ ਚੰਦ ਮਸੰਦ, ਬੜਾ ਘੁੰਮਿਆ ਫਿਰਿਆ, ਬੜੀ ਸੋਝੀ ਰੱਖਣ ਵਾਲਾ, ਬੜਾ ਸਿਆਣਾ ਵਿਅਕਤੀ ਹੈ। ਜਦੋਂ ਵੇਖਿਆ ਵੀ ਮਾਤਾ ਜੀ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਸ ਵਿੱਚ ਬਚਨ ਬਲਾਸ ਕਰਦੇ ਪਏ, ਇਹ ਨੰਦ ਚੰਦ ਮਸੰਦ ਉਸ ਵੇਲੇ ਫਿਰ ਹੱਥ ਜੋੜ ਕੇ ਕਹਿਣ ਲੱਗਾ, ਮੂਰਖ ਮਨ ਮਹਿ ਮਾਨਾ ਮਾਨੀ ਸੋ ਕਹਿਣ ਲੱਗੇ ਮਾਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਠੀਕ ਕਹਿੰਦੇ ਨੇ, ਇਹ ਰਾਜੇ ਜਿਹੜੇ ਭਾਰੀ ਨੇ, ਮਾਨੀ ਹੰਕਾਰੀ ਤੇ ਬੜੇ ਵੱਡੇ ਮੂਰਖ ਹਨ। ਮਾਨੀ ਪਰਤ ਪਤ ਕੇ ਕਹੇ ਇਹ ਆਪਣੇ ਆਪ ਨੂੰ ਮਾਨੀ ਹੰਕਾਰੀ ਸਮਝਦੇ ਨੇ ਵੀ ਅਸੀਂ ਇਹ ਪਹਾੜਾਂ ਦੇ ਰਾਜੇ ਆ, ਪਹਾੜਾਂ ਦਾ ਗਿਆਨ ਸਾਨੂੰ ਹੀ ਹੈ, ਅਸੀਂ ਤੇ ਜੰਗ ਕਰਕੇ ਜੰਗਲਾਂ ਵਿੱਚ ਲੁਕ ਜਾਵਾਂਗੇ, ਪਹਾੜਾਂ ਵਿੱਚ ਲੁਕ ਜਾਵਾਂਗੇ,
ਇਹ ਆਪਣੇ ਆਪ ਨੂੰ ਬੜੇ ਮਾਨੀ ਸਮਝਦੇ ਹਨ। ਏਮ ਗਜ ਅਦਭੁਤ ਦੇਵ ਚਾਹੇ। ਤੇ ਕਹਿਣ ਲੱਗੇ ਵੀ ਹਾਥੀ ਅਸੀਂ ਆਪਣਾ ਕਿਉਂ ਦਈਏ? ਗੱਲ ਤੇ ਇਹ ਹੈ ਨਾ ਕਿ ਮੇਰੀ ਮਰਜ਼ੀ ਹੈ, ਮੇਰੇ ਕੋਲ ਜਿਹੜੀ ਚੀਜ਼ ਹੈ ਮੈਂ ਦੇਵਾਂ ਨਾ ਦੇਵਾਂ। ਚੀਜ਼ ਕਿਸੇ ਦੀ ਹੈ, ਉਹਨੂੰ ਧੱਕੇ ਨਾਲ ਮੰਗਣਾ ਵੀ ਇਹ ਮੈਨੂੰ ਦੇ ਕੇ ਜਾ, ਇਹ ਤੇ ਹੰਕਾਰ ਵਾਲੀ ਜ਼ੋਰ ਵਾਲੀ ਗੱਲ ਹੋਈ ਨਾ। ਹਾਥੀ ਦੇ 10ਵੇਂ ਪਾਤਸ਼ਾਹ ਨੂੰ ਰਤਨ ਰਾਏ ਰਾਜੇ ਨੇ ਦਿੱਤਾ ਅਸਾਮ ਤੋਂ ਲਿਆ ਕੇ ਵੀ ਮਹਾਰਾਜ ਆ ਭੇਟਾ ਮੇਰੇ ਵੱਲੋਂ। ਹੁਣ ਉਹ ਵੀ ਰਾਜਾ ਹੈ ਜਿਹੜਾ ਅਸਾਮ ਤੋਂ ਹਾਥੀ ਖਰੀਦ ਕੇ ਮਹਾਰਾਜ ਵਾਸਤੇ ਲਿਆ ਹੈ। ਤੇ ਭੀਮ ਚੰਦ ਵੀ ਰਾਜਾ ਜਿਹੜਾ ਕੋਲ ਹੀ ਬੈਠਾ ਕਹਿਣ ਲੱਗਾ ਵੀ ਹਾਥੀ ਛੇਤੀ ਨਾਲ ਮੈਨੂੰ ਦੇ ਦਿਓ। ਇਹ ਨੰਦ ਚੰਦ ਕਹਿ ਰਿਹਾ ਗੁਰੂ ਦਾ ਸਿੱਖ ਵੀ ਮਾਤਾ ਜੀ ਅਸੀਂ ਆਪਣਾ ਜਿਹੜਾ ਸੰਗਤ ਨੇ ਸਾਨੂੰ ਲਿਆ ਕੇ ਹਾਥੀ ਦਿੱਤਾ ਹੈ, ਗੁਰੂ ਘਰ ਵਿੱਚ ਹਾਥੀ ਭੇਟ ਚੜਿਆ, ਉਹ ਅਸੀਂ ਗੁਰੂ ਘਰ ਦਾ ਹਾਥੀ ਐਵੇਂ ਕਿਸੇ ਨੂੰ ਕਿਵੇਂ ਦੇ ਦਈਏ? ਉਹ ਵੀ ਗੱਲ ਤੇ ਬਣਦੀ ਨਹੀਂ ਹੈ। ਔਰ ਅਪਰ ਕੁਛ ਜਾਚਨ ਕਰੇ। ਅੱਜ ਹਾਥੀ ਮੰਗਿਆ, ਚਲੋ ਹਾਥੀ ਦੀ ਕੋਈ ਗੱਲ ਨਹੀਂ, ਮੰਨ ਲਓ ਆਪਾਂ ਦੇ ਵੀ ਦਿੰਦੇ, ਇਹ ਗਰੰਟੀ ਕਿਤੇ ਆ ਕਿ ਬਾਅਦ ਵਿੱਚ ਉਹ ਕੁਝ ਨਹੀਂ ਮੰਗਣਗੇ। ਅੱਜ ਹਾਥੀ ਮੰਗਿਆ, ਕੱਲ ਨੂੰ ਮੂੰਹ ਪੈ ਜਾਣਾ, ਕੱਲ ਨੂੰ ਹੋਰ ਕੁਝ ਮੰਗ ਲੈਣਗੇ, ਪਰਸੋਂ ਹੋਰ ਕੁਝ ਮੰਗਣਗੇ, ਫਿਰ ਆਖਣਗੇ ਵੀ ਜਿੰਨੀ ਗੁਰੂ ਘਰੇ ਮਾਇਆ ਹੁੰਦੀ ਹੈ ਪਹਿਲਾਂ ਸਾਨੂੰ ਜਮਾ ਕਰਾਓ। ਅੱਜ ਹਾਥੀ ਮੰਗਿਆ, ਕੱਲ ਨੂੰ ਕੁਝ ਵੀ ਮੰਗ ਸਕਦੇ ਤੇ ਮੂੰਹ ਪੈ ਜਾਏਗਾ ਨਾ। ਅਗਲੇ ਦਾ ਮੂੰਹ ਪਾਉਣ ਵਾਲੀ ਗੱਲ ਹੈ। ਕੁੱਤਾ ਇੱਕ ਵਾਰੀ ਭਾਂਡੇ ਵਿੱਚ ਮੂੰਹ ਪਾਵੇ, ਜੇ ਉਹਨੂੰ ਮਾਰਿਆ ਨਾ ਜਾਵੇ ਉਹਦੀ ਆਦਤ ਬਣ ਜਾਂਦੀ ਹੈ ਭਾਂਡੇ ਚੱਕਣ। ਪਰ ਪਹਿਲੀ ਵਾਰੀ ਜੇ ਕੁੱਤੇ ਦਾ ਸਿਰ ਭੰਨਿਆ ਜਾਵੇ ਤਾਂ ਦੂਜੀ ਵਾਰੀ ਭਾਂਡੇ 'ਚ ਮੂੰਹ ਨਹੀਂ ਪਾਉਂਦਾ। ਇਹ ਨੰਦ ਚੰਦ ਕਹਿ ਰਿਹਾ, ਕਹਿਣ ਲੱਗਾ ਵੀ ਅੱਜ ਹਾਥੀ ਮੰਗਿਆ, ਆਪਾਂ ਦੇ ਦਿੱਤਾ, ਭਾਂਡੇ 'ਚ ਮੂੰਹ ਪਾਉਣ ਵਾਲੀ ਗੱਲ ਹੈ। ਕੱਲ ਨੂੰ ਉਹਨਾਂ ਨੇ ਹੋਰ ਸ਼ਰਤ ਰੱਖਣੀ ਹੈ ਵੀ ਆਹ ਵੀ ਪੂਰੀ ਕਰੋ, ਤੇ ਕਿੰਨੀਆਂ ਨੂੰ ਪੂਰੀਆਂ ਕਰਾਂਗੇ? ਅੱਜ ਨਹੀਂ ਤੇ ਕੱਲ ਲੜਨਾ ਹੀ ਪੈਣਾ, ਅੱਜ ਨਹੀਂ ਤੇ ਕੱਲ ਅੜਨਾ ਹੀ ਪੈਣਾ। ਜੇ ਕੱਲ ਨੂੰ ਅੜਨਾ ਅੱਜ ਅੜ ਜਾਈਏ ਇਹਦੇ ਵਿੱਚ ਭਲਾ ਹੈ। ਦੇ ਕਰ ਗਰਵ ਦੇ ਮੈਂ ਧਰੇ। ਜੇ ਅੱਜ ਹਾਥੀ ਦਿੱਤਾ ਇਹਨਾਂ ਨੇ ਕਹਿਣਾ ਵਿਖਿਆ ਅਸੀਂ ਗੁਰੂ ਨੂੰ ਡਰਾ ਦਿੱਤਾ, ਗੁਰੂ ਨੇ ਡਰਦਿਆਂ ਸਾਨੂੰ ਹਾਥੀ ਦਿੱਤਾ। ਇੱਕ ਤੇ ਅਸੀਂ ਹਾਥੀ ਦੇਵਾਂਗੇ, ਦੂਜਾ ਇਹਨਾਂ ਨੇ ਕਹਿਣਾ ਵੀ ਗੁਰੂ ਡਰਾਇਆ ਅਸੀਂ ਤੇ ਹਾਥੀ ਤਾਂ ਦੇ। ਤੇ ਡਰਾਉਣ ਦੇ ਚੱਕਰ ਦੇ ਵਿੱਚ ਕੱਲ ਨੂੰ ਫਿਰ ਹੋਰ ਕੁਝ ਕਰਨਗੇ। ਇਸ ਕਰਕੇ ਇਹਨਾਂ ਦੀ ਗੱਲ ਮੰਨਣੀ ਠੀਕ ਨਹੀਂ। ਸਦੇ ਸਮੇਂ ਜਿਸ ਕਰ ਠਹਿਰਾਵਾਂ। ਇਸ ਕਰਕੇ ਹੌਲੀ ਹੌਲੀ ਕਰਕੇ ਇਹ ਜਿਹੜਾ ਨਾ ਹੱਕ ਇਹ ਟੈਕਸ ਦੇ ਰੂਪ ਵਿੱਚ ਸਾਡੇ ਕੋਲ ਲੈਣਾ ਕਰਨਗੇ। ਉਸ ਹਮਾਰੇ ਦੇਸ਼ ਪਤਾ ਇਹਨਾਂ ਨੇ ਕਹਿਣਾ ਕਿ ਲਿਆਓ, ਅੱਜ ਹਾਥੀ ਲੈ ਗਏ ਨਾ ਆਪਣੇ ਕੋਲ, ਹੁਣ ਕੱਲ ਨੂੰ ਆਪਣਾ ਹਾਥੀ ਆਪਾਂ ਵਾਪਸ ਮੰਗਾਂਗੇ। ਇਹਨਾਂ ਕਹਿਣਾ ਵੀ ਤੁਹਾਡੇ ਤੋਂ ਇੰਨਾ ਟੈਕਸ ਲੈਣਾ ਸੀ, ਤੁਸੀਂ ਸਾਡੀ ਰਿਆਸਤ ਵਿੱਚ ਰਹਿੰਦੇ ਹੋ, ਚਲੋ ਸਾਨੂੰ ਟੈਕਸ ਨਾ ਦਿਓ, ਤੁਹਾਡਾ ਹਾਥੀ ਟੈਕਸ ਦੇ ਰੂਪ ਵਿੱਚ ਹੀ ਆ ਗਿਆ। ਹਾਥੀ ਮਾਰ ਕੇ ਇਹਨਾਂ ਨੇ ਭਰੇ ਹੋ ਜਾਣਾ। ਫਿਰ ਥੋੜੇ ਦਿਨ ਲੰਘਣਗੇ, ਆਖਣਗੇ ਵੀ ਇੰਨਾ ਟੈਕਸ ਬਣਦਾ ਲਿਆਓ, ਗੁਰੂ ਘਰ ਦੀ ਇੰਨੀ ਮਾਇਆ ਸਾਨੂੰ ਲਿਆ ਕੇ ਦਿਓ। ਸਰਕਾਰ ਦਾ ਕੀ ਹੈ, ਰਾਜੇ ਦਾ ਕੀ ਹੈ? ਜਦੋਂ ਮਰਜ਼ੀ ਜਜ਼ੀਆ ਲਾ ਦੇਵੇ, ਜਦੋਂ ਮਰਜ਼ੀ ਟੈਕਸ ਲਾ ਦੇਵੇ, ਇਹ ਵਸੂਲਣ ਤੁਰ ਪਵੇ। ਇਹ ਐਸੇ ਮਤਮਾਰੀ ਵਾਲੇ ਨੇ, ਇਹਨਾਂ ਨੇ ਹਾਥੀ ਜਾਂ ਗੁਰੂ ਘਰ ਦੀ ਕੋਈ ਵੀ ਵਸਤੂ ਇਹ ਟੈਕਸ ਸਮਝ ਕੇ ਇਹਨਾਂ ਨੇ ਆਪਣੇ ਕੋਲ ਰੱਖ ਲੈਣੀ ਹੈ। ਇਸ ਕੋ ਦੇਵੋ ਨਾਹਿਨ ਆਛੀ। ਇਸ ਕਰਕੇ ਸਲਾਹ ਇਹ ਹੈ ਕਿ ਹਾਥੀ ਦੇਣਾ ਨਹੀਂ ਚਾਹੀਦਾ, ਜੋ ਮਰਜ਼ੀ ਭਾਰੀ ਕਰ ਲੈਣਾ ਕਰਨਾ। ਪਰ ਇਹ ਵਿਗਾੜ ਜਾਨੀ ਹੈ ਪਾਛੇ। ਪਰ ਜੇ ਵਿਗਾੜ ਪੈਣਾ ਨਾ, ਹਾਥੀ ਦੇ ਕੇ ਵੀ ਪੈ ਜਾਣਾ। ਇਹ ਨਹੀਂ ਵੀ ਹਾਥੀ ਦਿੱਤਾ ਤੇ ਮੁੜ ਕੇ ਆਪਣਾ ਜਫਾ ਪਵੇਗਾ, ਪ੍ਰੇਮ ਬਣੇਗਾ, ਨਹੀਂ। ਹਾਥੀ ਦੇ ਕੇ ਵੀ ਵੈਰ ਹੀ ਪੈਣਾ, ਕਿਉਂਕਿ ਹਾਥੀ ਉਹਨਾਂ ਨੇ ਮੋੜਨਾ ਨਹੀਂ। ਹੁਣ ਦਿੱਤੀ ਹੋਈ ਚੀਜ਼ ਮੋੜਨਗੇ ਨਹੀਂ, ਆਪਾਂ ਮੰਗਾਂਗੇ ਤੇ ਅਗਲਾ ਕੋ ਮਾੜਾ ਬੋਲੇਗਾ ਤੇ ਲੜਾਈ ਤੇ ਫਿਰ ਵੀ ਹੋਣੀ। ਹਾਥੀ ਦੇ ਕੇ ਵੀ ਜੰਗ ਹੋਣਾ, ਹਾਥੀ ਨਾ ਦੇ ਕੇ ਵੀ ਜੰਗ ਹੋਣਾ। ਤੇ ਜੇ ਜੰਗ ਹੋਣਾ ਹੀ ਹੈ ਤੇ ਫਿਰ ਹਾਥੀ ਦੇਣਾ ਹੀ ਕਿਉਂ ਹੈ? ਇਸ ਕਰਕੇ ਬਚਨ ਸਮਝਣਾ ਕਰੋ। ਔਰ ਵਿਗਾੜ ਜਾਨੀ ਹੈ ਪਾਛੇ। ਇਹਨਾਂ ਦੇ ਬਾਅਦ ਵਿੱਚ ਵੀ ਵਿਗਾੜ ਕਰਨਾ, ਕਿਉਂਕਿ ਇਤਿਹਾਸ ਵਿੱਚ ਆਪਾਂ ਇਹ ਬਚਨ ਸਰਵਣ ਕੀਤੇ ਨੇ। ਇਹ ਰਾਜਾ ਭੀਮ ਚੰਦ ਪਹਿਲਾਂ ਹੀ ਕਹਿ ਰਿਹਾ ਵੀ ਹਾਥੀ ਲੈਣ ਦਾ ਤੇ ਬਹਾਨਾ ਹੈ ਮੇਰੇ ਪੁੱਤਰ ਦਾ ਵਿਆਹ, ਮੈਂ ਹਾਥੀ ਲੈ ਕੇ ਤੇ ਬਾਅਦ ਵਿੱਚ ਮੋੜਨਾ ਨਹੀਂ। ਉਹ ਪਹਿਲਾਂ ਹੀ ਆਪਣੇ ਮੰਤਰੀਆਂ ਨਾਲ ਸਲਾਹ ਕਰੀ ਬੈਠਾ ਕਿ ਮੋੜਨਾ ਮੈਂ ਨਹੀਂ, ਆਪਣੇ ਕੋਲ ਹੀ ਰੱਖ ਲੈਣਾ। ਹਾਥੀ ਦਾ ਕੱਦ ਭਾਵੇਂ ਛੋਟਾ ਪਰ ਬੜਾ ਸਿਆਣਾ, ਚਿੱਟੇ ਰੰਗ ਦਾ ਮੱਥਾ, ਚਿੱਟੇ ਰੰਗ ਦੀ ਲੈਣ ਲਕੀਰ ਬਣੀ ਹੈ ਪਿੱਠ ਦੇ ਉੱਪਰ। ਕਦੇ 10ਵੇਂ ਪਾਤਸ਼ਾਹ ਦਾ ਜੋੜਾ ਚੁੱਕੇ ਲਿਆਉਂਦਾ, ਕਦੇ ਆਪਣੀ ਸੁੰਡ ਦੇ ਨਾਲ ਜੋੜਾ ਸਾਫ਼ ਕਰਦਾ, ਕਦੇ 10ਵੇਂ ਪਾਤਸ਼ਾਹ ਦੇ ਚਰਨ ਧੋਂਦਾ ਹੈ, ਕਦੇ 10ਵੇਂ ਗੁਰੂ ਨੂੰ ਸੁੰਡ ਵਿੱਚ ਫੜ ਕੇ ਚੌਰ ਕਰਦਾ ਹੈ, ਕਦੇ ਮਹਾਰਾਜ ਦੇ ਤੀਰ ਚੁਣ ਕੇ ਲਿਆਉਂਦਾ। ਐਸੇ ਹਾਥੀ ਦੇ ਗੁਣ ਵੇਖ ਕੇ ਰਾਜੇ ਬੇਈਮਾਨ ਹੋ ਗਏ। ਇਹਨਾਂ ਨੇ ਹਾਥੀ ਲੈ ਕੇ ਆਪਾਂ ਨੂੰ ਮੋੜਨਾ ਨਹੀਂ ਹੈ। ਰਾਜੇ ਆਪ ਪ੍ਰਥਮ ਹੀ ਹੋਤਾ। ਇਸ ਕਰਕੇ ਆਪਾਂ ਨੂੰ ਪਹਿਲਾਂ ਹੀ ਹਟਾ ਦੇਣਾ ਚਾਹੀਦਾ, ਮੋੜ ਦੇਣਾ ਚਾਹੀਦਾ। ਅਸੀਂ ਨਹੀਂ ਹਾਥੀ ਦਿੰਦੇ, ਇਹ ਆਪਾਂ ਨੂੰ ਪਹਿਲੇ ਦਿਨ ਗੱਲ ਕਰਨੀ ਹੈ। ਜਗ ਕਬ ਬਨੇ ਸਰੈ ਇਸ ਟੂਟਾ। ਕਹਿਣ ਲੱਗੇ ਜਦੋਂ ਕਿਤੇ ਗੱਲ ਬਣੇਗੀ ਇਹਨਾਂ ਦੇ ਨਾਲ, ਇਹਨਾਂ ਨੇ ਕੋਟੇ ਹੀ ਹੋਣਾ। ਭਾਟੀਆਂ ਤੇ ਕੀ ਵਿਸ਼ਵਾਸ ਕਰਨਾ? ਇਹ ਤੇ ਮਤਲਬੀ ਲੋਕ ਨੇ। ਅੱਜ ਹਾਥੀ ਦੇ ਕੇ ਵੀ ਇਹਨਾਂ ਨਾਲ ਯਾਰੀ ਨਹੀਂ ਪੈਣੀ। ਕੱਲ ਨੂੰ ਕੋਈ ਪਤਾ ਨਹੀਂ ਕਦੋਂ ਇਹਨਾਂ ਨੇ ਬਦਲ ਜਾਣਾ, ਦਗਾ ਕਰ ਜਾਣਾ। ਇਹਨਾਂ ਨੇ ਦਗਾ ਹੀ ਕਰਨਾ, ਫਰੇਬ ਹੀ ਕਰਨਾ, ਛਲ ਕਰਨਾ।
ਤੇ ਫਿਰ ਉਹਨਾਂ ਦੇ ਨਾਲ ਅਸੀਂ ਮਿਲਾਪ ਕਿਉਂ ਕਰਨਾ ਕਰੀਏ। ਦਿਨ ਕਰ ਉਦੈ ਪ੍ਰਕਾਸ਼ਮਾਨ। ਕਹਿ ਲੱਗੇ ਇਹ ਜਿਹੜਾ ਸੂਰਜ ਹੁੰਦਾ ਜਦੋਂ ਚੜ੍ਹਦਾ ਨਾ ਆਕਾਸ਼ ਦੇ ਵਿੱਚ ਸੂਰਜ ਤੋਂ ਉਸ ਵੇਲੇ ਬਹੁਤਾ ਪ੍ਰਕਾਸ਼ ਕਰਦਾ ਹੈ। ਇਸ ਆਗੇ ਕਿਆ ਗਰਭ ਤਨਾਨੇ। ਤੇ ਕਹਿਣ ਲੱਗੇ ਇੱਕ ਜੁਗਨੂ ਹੁੰਦਾ, ਉਹ ਰਾਤ ਨੂੰ ਜਗਦਾ, ਨਿੱਕਾ ਜਿਹਾ ਮੱਛਰ ਵਰਗਾ ਹੁੰਦਾ ਜੀਵ। ਉਹ ਰਾਤ ਨੂੰ ਜਦੋਂ ਉੱਡਦਾ ਨਾ ਉਹਦੇ ਖੰਭਾਂ ਥੱਲੇ ਇੱਕ ਬੜੀ ਸੋਹਣੀ ਚਮਕ ਪੈਂਦੀ, ਉਹਨੂੰ ਜੁਗਨੂ ਕਿਹਾ ਜਾਂਦਾ, ਰਹਿਣਾ ਕਿਹਾ ਜਾਂਦਾ। ਕਹਿਣ ਲੱਗੇ ਉਹ ਰਾਤ ਨੂੰ ਜਗਦਾ, ਪਰ ਜੇ ਜੁਗਨੂ ਇਹ ਸੋਚੇ ਕਿ ਮੈਂ ਦਿਨੇ ਵੀ ਜਗ ਕੇ ਵਿਖਾਵਾਂ, ਮੇਰਾ ਪ੍ਰਕਾਸ਼ ਜ਼ਿਆਦਾ ਤੇ ਸੂਰਜ ਦਾ ਘੱਟ ਹੈ, ਤੇ ਜੁਗਨੂ ਦੀ ਮੂਰਖਤਾ ਹੀ ਹੋਈ ਨਾ। ਜੁਗਨੂ ਦੇ ਭਾਵੇਂ ਲੱਗਾ ਇਕੱਠੇ ਹੋ ਕੇ ਜਗਣ ਲੱਗ ਪੈਣ, ਸੂਰਜ ਦਾ ਮੁਕਾਬਲਾ ਕੋਈ ਨਹੀਂ। ਜੁਗਨੂ ਦਾ ਚਾਨਣ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸੂਰਜ ਨਹੀਂ ਚੜਿਆ, ਉਹ ਵੀ ਮਾੜਾ ਜਿਹਾ ਦਿਸਦਾ। ਪਰ ਜੇ ਸੂਰਜ ਚੜ ਜਾਵੇ, ਕਦੇ ਦਿਨੇ ਜੁਗਨੂ ਜਗਦਾ ਕਿਸੇ ਨਹੀਂ ਵੇਖਿਆ, ਕੋਈ ਬੰਦਾ ਨਹੀਂ ਕਹਿ ਸਕਦਾ ਵੀ ਦਿਨੇ ਜਗਦਾ ਮੈਂ ਵੇਖਿਆ। ਰਾਤ ਨੂੰ ਜਗਦਾ ਨੇ, ਇਹ ਵਿੱਚ ਥੋੜਾ ਜਿਹਾ ਚਾਨਣ, ਪਰ ਦਿਨੇ ਨਹੀਂ। ਕਹਿਣ ਲੱਗੇ ਗੁਰੂ ਤੇ ਸੂਰਜ ਵਰਗਾ ਹੈ, ਗੁਰੂ ਦਾ ਪ੍ਰਕਾਸ਼ ਪ੍ਰਤਾਪ ਸੂਰਜ ਵਰਗਾ ਹੈ। ਇਹ ਪਹਾੜੀਏ ਰਾਜੇ ਜੁਗਨੂ ਵਰਗੇ ਨੇ, ਜਿੰਨਾ ਮਰਜ਼ੀ ਜੋਰ ਲਾ ਲੈਣ, ਗੁਰੂ ਦੀ ਬਰਾਬਰੀ ਇਹਨਾਂ ਕੋਲੋਂ ਕੋਈ ਨਹੀਂ ਹੋਣੀ, ਐਸੀ ਮਹਿਮਾ ਹੈ। ਸਾਗਰ ਤੀਰ ਬੂੰਦ ਹੰਕਾਰ। ਕਹਿਣ ਲੱਗੇ ਵੀ ਇੱਕ ਪਾਸੇ ਹੋਵੇ ਸਮੁੰਦਰ, ਇੱਕ ਪਾਸੇ ਹੋਵੇ ਪਾਣੀ ਦੀ ਇੱਕ ਬੂੰਦ, ਤੇ ਬੂੰਦ ਆ ਕੇ ਵੀ ਮੈਂ ਸਮੁੰਦਰ ਦਾ ਮੁਕਾਬਲਾ ਕਰਾਂਗੀ, ਕਰ ਨਹੀਂ ਨਾ ਸਕਦੇ। ਸਮੁੰਦਰ ਵਿੱਚ ਲੱਖਾਂ ਮਨ ਪਾਣੀ ਹੈ, ਪਤਾ ਹੀ ਨਹੀਂ ਗਿਣਤੀ ਕੋਈ ਨਹੀਂ ਹੈ। ਘਨ ਹਰ ਬੂੰਦ ਬਸੋ ਰੁਮਾਵਰ ਕੁਸਮ ਬਸੰਤ ਗਨੰਤ ਨਾ ਆਵੇ। ਭੱਟਾਂ ਨੇ ਵਚਨ ਕੀਤਾ ਹੈ, ਕਹਿਣ ਲੱਗੇ ਕਿ ਸਮੁੰਦਰ ਵਿੱਚ ਕਿੰਨਾ ਪਾਣੀ ਹੈ, ਬੱਦਲਾਂ ਵਿੱਚ ਕਿੰਨਾ ਪਾਣੀ ਹੈ, ਕੋਈ ਅੰਤ ਨਹੀਂ ਹੈ। ਰਾਵ ਸਾਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਗੁਰਬਾਣੀ ਦੇ ਵਚਨ ਨੇ ਨਾ, ਸਮੁੰਦਰ ਦਾ ਅੰਤ ਕੋਈ ਨਹੀਂ। ਪਰ ਇੱਕ ਪਾਣੀ ਦੀ ਬੂੰਦ, ਆਪਾਂ ਗਲਾਸ ਮੰਨ ਲਓ ਹੱਥ ਵਿੱਚ ਫੜਿਆ ਪਾਣੀ ਦਾ, ਹੁਣ ਗਲਾਸ ਪਾਣੀ ਦਾ ਇਹ ਗੱਲ ਲੈ ਕੇ ਵੀ ਮੈਂ ਸਮੁੰਦਰ ਦੇ ਮੁਕਾਬਲੇ ਆ, ਇਹ ਗੱਲ ਬਣਦੀ ਨਹੀਂ ਨਾ। ਉੱਥੇ ਪਤਾ ਨਹੀਂ ਕਿੰਨੇ ਸੈਂਕੜੇ ਲੱਖਾਂ ਗਲਾਸ ਪਏ ਹੋਏ ਪਾਣੀ ਦੇ। ਇਹ ਪਹਾੜੀ ਰਾਜੇ ਤੇ ਗਲਾਸ ਪਾਣੀ ਦਾ ਇੱਕ ਬੂੰਦ ਹੀ ਨੇ। ਗੁਰੂ ਹੈ ਸਮੁੰਦਰ, ਮੁਕਾਬਲਾ ਕਰਨਾ ਚਾਹੁੰਦੇ, ਪਰ ਮਾਤਾ ਜੀ ਹੋਣਾ ਨਹੀਂ ਹੈ। ਤਜ ਪਰ ਬਲ ਕਬੀਰ ਦਾ ਘਰ ਹੈ। ਕਹਿਣ ਲੱਗੇ ਇੱਕ ਪਾਸੇ ਕੀੜੀ ਹੋਵੇ, ਇੱਕ ਪਾਸੇ ਹਾਥੀ ਹੋਵੇ, ਤੇ ਮੁਕਾਬਲਾ ਕੋਈ ਨਹੀਂ। ਹਾਥੀ ਫਿਰ ਵੀ ਵੱਡੇ ਵੱਡੇ ਰੁੱਖਾਂ ਨੂੰ ਪੱਟਣ ਦੀ ਸਮਰੱਥਾ ਰੱਖਦਾ, ਆਪਣੀ ਮੌਜ ਦੇ ਨਾਲ ਚੱਲਦਾ। ਕੀੜੀਆਂ ਕਦੇ ਹਾਥੀ ਦਾ ਮੁਕਾਬਲਾ ਨਹੀਂ ਕਰ ਪਾਉਂਦੀਆਂ। ਇੰਦ ਰੰਚਕ ਪਿਤ ਕਾਂਚਨ ਮੇ। ਇੱਕ ਪਾਸੇ ਤੇ ਰੇਤਾ ਦਾ ਨਿੱਕਾ ਜਿਹਾ ਕਣ ਹੈ, ਇੱਕ ਪਾਸੇ ਸੁਮੇਰ ਪਰਬਤ ਹੈ। ਵਿਦਵਾਨਾਂ ਦਾ ਕਥਨ ਹੈ ਵੀ ਸੁਮੇਰ ਪਰਬਤ ਸਭ ਤੋਂ ਉੱਚਾ ਪਰਬਤ ਵੱਡਾ ਹੈ। ਜਿੰਨਾ ਧਰਤੀ ਤੋਂ ਬਾਹਰ ਹੈ, ਇੰਨਾ ਹੀ ਧਰਤੀ ਦੇ ਥੱਲੇ ਅੰਦਰ ਹੈ, ਇੰਨਾ ਵੱਡਾ ਉਹ ਪਰਬਤ ਹੈ। ਧਰਤੀ ਦੇ ਜਿੰਨੇ ਮਰਜ਼ੀ ਭੁਚਾਲ ਆ ਜਾਣ, ਧਰਤੀ ਦੇ ਜਿੰਨੇ ਮਰਜ਼ੀ ਤੂਫਾਨ ਆ ਜਾਣ, ਸੁਮੇਰ ਪਰਬਤ ਕਦੇ ਨਹੀਂ ਹਿਲਦਾ। ਇਹ ਗ੍ਰੰਥਾਂ ਵਿੱਚ ਲਿਖਿਆ ਵਿਦਵਾਨਾਂ। ਧਰਤੀ ਸਾਰੀ ਹਿਲ ਸਕਦੀ ਹੈ, ਪਰ ਸੁਮੇਰ ਪਰਬਤ ਨਹੀਂ ਹਿਲਦਾ, ਏਡਾ ਵੱਡਾ ਤੇ ਇੰਨਾ ਮਜ਼ਬੂਤ ਹੈ। ਤੇ ਕਹਿ ਰਹੇ ਨੇ, ਕਹਿ ਲੈਣੇ ਇੱਕ ਪਾਸੇ ਰੇਤਾ ਦਾ ਕਣ ਹੋਵੇ, ਹਵਾ ਨਾਲ ਫੂਕ ਮਾਰਿਆ, ਹਵਾ ਨਾਲ ਕਣ ਉੱਡਦੇ ਨਾ ਰੇਤਾ ਦੇ। ਹੁਣ ਰੇਤਾ ਦਾ ਨਿੱਕਾ ਜਿਹਾ ਇੱਕ ਕਣ ਇਹ ਗੱਲ ਕਹੇ ਵੀ ਮੈਂ ਸੁਮੇਰ ਪਰਬਤ ਦੀ ਬਰਾਬਰੀ ਕਰਾਂਗਾ, ਹੋਣੀ ਨਹੀਂ ਨਾ। ਸੁਮੇਰ ਪਰਬਤ ਬੜਾ ਵਿਸ਼ਾਲ, ਬੜਾ ਵੱਡਾ, ਵਿਸਥਾਰ ਵਾਲਾ, ਡੂੰਘਾ। ਜਿਵੇਂ ਰੇਤਾ ਦਾ ਕਣ ਸੁਮੇਰ ਪਰਬਤ ਦੀ ਬਰਾਬਰੀ ਨਹੀਂ ਕਰ ਸਕਦਾ, ਮਾਤਾ ਜੀ ਇਹ ਸਾਰੇ ਪਹਾੜੀ ਰਾਜੇ ਜਿਹੜੇ ਨੇ, ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁਕਾਬਲਾ ਨਹੀਂ ਕਰਨਗੇ, ਬਰਾਬਰੀ ਨਹੀਂ ਕਰ ਸਕਦੇ। ਅਹੰ ਮਸ਼ਕ ਕਿਛ ਇੱਕ ਸ਼ੇਰ ਦਾ। ਕਹਿਣ ਲੱਗੇ ਇੱਕ ਪਾਸੇ ਮਸ਼ਕ ਤੋਂ ਭਾਵ ਹੁੰਦਾ ਮੱਛਰ, ਇੱਕ ਪਾਸੇ ਹੈ ਜੰਗਲ ਦਾ ਰਾਜਾ ਸ਼ੇਰ। ਹੁਣ ਮੱਛਰ ਇਹ ਗੱਲ ਕਹੇ ਵੀ ਮੈਂ ਜੰਗਲ ਵਿੱਚ ਰਾਜ ਕਰਾਂਗਾ, ਤੇ ਰਾਜ ਥੋੜੀ ਹੋਣਾ। ਮੱਛਰ ਤੇ ਹੱਥ ਨਾਲ ਮਾਰਿਆ ਜਾਣਾ, ਜਾਂ ਮੱਛਰ ਨੂੰ ਕਿਸੇ ਕੁੜਕਲੀ ਵਰਗੇ ਜਾਨਵਰ ਨੇ ਖਾ ਜਾਣਾ। ਹੁਣ ਮੱਛਰ ਦਾ ਮੁਕਾਬਲਾ ਸ਼ੇਰ ਨਾਲ ਨਹੀਂ ਹੈ। ਸ਼ੇਰ ਦੇ ਜੰਗਲ ਦਾ ਰਾਜਾ ਹੈ। ਮੱਛਰਾਂ ਨੇ ਵੀ ਕਦੇ ਜੰਗਲਾਂ ਦੇ ਰਾਜ ਕੀਤੇ ਨਹੀਂ, ਮੱਛਰ ਦੇ ਪੱਲੇ ਕੱਖ ਨਹੀਂ। ਇਹ ਪਹਾੜੀ ਰਾਜੇ ਤੇ ਮੱਛਰ ਵਾਂਗ ਮੱਛਰੇ ਜ਼ਰੂਰ ਨੇ, ਹੰਕਾਰ ਜ਼ਰੂਰ ਹੈ ਇਹਨਾਂ ਦੇ ਮਨ ਵਿੱਚ, ਵੀ ਕਰਦੇ ਫਿਰਦੇ ਵੀ ਅਸੀਂ ਬੜੇ ਵੱਡੇ ਆ, ਮਾਣ ਦੀਆਂ ਗੱਲਾਂ ਜ਼ਰੂਰ ਕਰਦੇ, ਪਰ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਸ਼ੇਰ ਵਰਗੇ ਨੇ, ਮੁਕਾਬਲਾ ਕੋਈ ਨਹੀਂ ਇਹਨਾਂ ਤੋਂ ਹੋਣਾ, ਐਸੀ ਸਮਰੱਥਾ ਹੈ। ਚਾਹੇ ਸਮਤਾ ਕਹਿਤ ਵਡਾਈ। ਇਹ ਚਾਹੁੰਦੇ ਨੇ ਮਹਾਰਾਜ ਦੀ ਸਮਤਾ ਕਰਨੀ, ਬਰਾਬਰੀ ਕਰਨੀ, ਪਰ ਬਰਾਬਰੀ ਗੁਰੂ ਦੀ ਕਿਸੇ ਕੋਲੋਂ ਹੁੰਦੀ ਨਹੀਂ ਹੈ। ਮੂੜ ਲਖੈ ਤਿਸ ਕੋ ਸਮਝਾਈ। ਕਹਿਣ ਲੱਗੇ ਜਿਹੜੇ ਮੂਰਖ ਨੇ ਨਾ, ਉਹ ਬਰਾਬਰੀ ਕਰ ਸਕਦੇ। ਮੂਰਖ ਮੱਛਰ ਸ਼ੇਰ ਦੀ ਬਰਾਬਰੀ ਕਰ ਸਕਦਾ, ਪਰ ਸਿਆਣਾ ਮੱਛਰ ਨਹੀਂ ਕਰੇਗਾ, ਉਹਨੂੰ ਪਤਾ। ਇਸੇ ਤਰ੍ਹਾਂ ਇਹ ਜਿੰਨੀਆਂ ਵੀ ਉਦਾਹਰਨਾਂ ਆਈਆਂ ਨੇ, ਕਹਿਣ ਲੱਗੇ ਜੁਗਨੂ ਮੂਰਖ ਹੈ ਤੇ ਉਹ ਸਮਝੇਗਾ ਵੀ ਮੈਂ ਸੂਰਜ ਦੇ ਬਰਾਬਰ ਹਾਂ, ਪਰ ਜੇ ਜੁਗਨੂ ਸਿਆਣਾ ਹੋਵੇ ਤੇ ਉਹਨੂੰ ਪਤਾ ਵੀ ਮੈਂ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਜਿੰਨੀਆਂ ਉਦਾਹਰਨਾਂ ਉੱਤੇ ਆਈਆਂ ਨੇ, ਜੇ ਕੋਈ ਮੂਰਖ ਹੋਵੇਗਾ ਤੇ ਬਰਾਬਰੀ ਜ਼ਰੂਰ ਸਮਝੇਗਾ, ਪਰ ਸਿਆਣਾ ਬਰਾਬਰੀ ਨਹੀਂ ਕਰਦਾ ਹੈ। ਲੱਖ ਮਹਿਮਾ ਤੂੰ ਕਰੈ ਨਾ ਡਰ। ਸਤਿਗੁਰਾਂ ਦੀ ਮਹਿਮਾ ਜਾਣ ਕੇ
ਤੇ ਮੂਰਖ ਜਿਹੜੇ ਨੂੰ ਟਾਲਾ ਨਹੀਂ ਕਰਦੇ ਹਨ। ਚਾਹੇ ਮੰਡਿਓ ਜੰਗ ਅਖਾਰੂ ਉਹ ਮੰਨਣਾ ਚਾਹੁੰਦੇ ਨੇ, ਮਹਾਰਾਜ ਦੇ ਨਾਲ ਜੰਗ ਕਰਨਾ ਚਾਹੁੰਦੇ ਹਨ। ਔ ਇਸ ਵਿਦ ਕੇ ਸ਼ਸਤਰ ਪ੍ਰਹਾਰੇ ਤੇ ਫਿਰ ਜੇ ਸਾਡੇ ਨਾਲ ਜੰਗ ਕਰਨ ਵਾਸਤੇ ਆ ਕੇ ਸਾਡੇ ਕੋਲ ਵੀ ਬੜੇ ਵੱਡੇ ਸ਼ਸਤਰ ਨੇ, ਐਸਾ ਮਹਾਨ ਜੰਗ ਕਰਕੇ ਉਹਨਾਂ ਨੂੰ ਦਿਖਾਵਾਂਗੇ। ਹਾਰੇ ਭੈ ਤੇ ਸਦਨ ਸੰਭਾਰੇ ਕਹਿਣ ਲੱਗੇ ਵੀ ਹਾਰਨਗੇ ਤੇ ਭੈ ਕਰਕੇ ਫਿਰ ਆਪਣੇ ਘਰ ਨੂੰ ਭੱਜਣਗੇ ਵੀ ਆਪਣਾ ਘਰ ਬਚਾ ਲਈਏ। ਅੱਜ ਤੇ ਆਖਦੇ ਨੇ ਵੀ ਗੁਰੂ ਦਾ ਅਨੰਦਪੁਰ ਸਾਹਿਬ ਅਸੀਂ ਖੋਣਾ, ਗੁਰੂ ਦਾ ਹਾਥੀ ਖੋ ਕੇ ਲਿਆਉਣਾ। ਇਹ ਨੰਦ ਚੰਦ ਗੁਰੂ ਦਾ ਸਿੱਖ ਕਹਿ ਰਿਹਾ, ਮਾਤਾ ਜੀ ਐਸਾ ਜੰਗ ਕਰਕੇ ਵਿਖਾਵਾਂਗੇ, ਇਹਨਾਂ ਪਹਾੜੀਆਂ ਨੂੰ ਭਾਜਿਆ ਰਾਹ ਕੋਈ ਨਹੀਂ ਲੱਭਣਾ। ਤੇ ਇਹਨਾਂ ਨੇ ਆਖਣਾ ਵੀ ਘਰੇ ਭੱਜ ਕੇ ਵੜ ਜਾਈਏ, ਬਚਾ ਲਈਏ ਆਪਣਾ ਆਪ ਜੇ ਬਚਦਾ। ਐਸੀ ਇਹਨਾਂ ਦੇ ਉੱਪਰ ਮਾਰ ਮਾਰਨੀ ਹੈ। ਚੌਥੇ ਖੈਗੂ ਰਣ ਮੈਂ ਹਾਥ ਇਹ ਤੇ ਹੁਣ ਜੰਗ ਦੇ ਵਿੱਚ ਹੀ ਪਤਾ ਲੱਗਦਾ ਤੇ ਪਹਿਲਾਂ ਤੇ ਗੱਲਾਂ ਸਾਰੇ ਵੱਡੀਆਂ ਕਰਦੇ ਵੀ ਮੈਂ ਇਸ ਤਰ੍ਹਾਂ ਕਰ ਦਿਆਂਗਾ, ਮੈਂ ਉਸ ਤਰ੍ਹਾਂ ਕਰ ਦਿਆਂਗਾ। ਪਰ ਪਤਾ ਉਦੋਂ ਲੱਗਦਾ ਜਦੋਂ ਸਾਹਮਣੇ ਭੇੜ ਪੈਂਦੇ ਨੇ ਆਪਸ ਵਿੱਚ, ਸਿੰਘਾਂ ਨਾਲ ਸਿੰਘ ਫਸਦੇ, ਫਿਰ ਉੱਥੇ ਪਤਾ ਲੱਗਦਾ ਵੀ ਕਿਹਦੇ ਵਿੱਚ ਕਿੰਨੀ ਕੁ ਤਾਕਤ ਹੈ। ਅੱਜ ਪਹਾੜੀ ਰਾਜੇ ਇਹ ਗੱਲ ਕਹਿੰਦੇ ਵੀ ਸਾਡੇ ਵਿੱਚ ਬੜੀ ਤਾਕਤ, ਬੜਾ ਬਲ ਹੈ। ਇਧਰੋਂ ਅਸੀਂ ਆਖਦੇ ਵੀ ਸਾਡੇ ਵਿੱਚ ਬੜਾ ਬਲ ਹੈ। ਪਰ ਇਹ ਤੇ ਪਤਾ ਜੰਗ ਦੇ ਮੈਦਾਨ ਵਿੱਚ ਲੱਗੇਗਾ ਵੀ ਕੌਣ ਕਿੰਨੇ ਪਾਣੀ ਵਿੱਚ ਹੈ। ਪੱਟੇ ਪਰੇ ਧਰਾ ਪਰਮਾਤ ਇਹ ਤੇ ਹੁਣ ਜੰਗ ਦੇ ਵਿੱਚ ਪਤਾ ਲੱਗੇਗਾ ਵੀ ਕਿੰਨੇ ਕਿਹਦੇ ਹੱਥ ਵੱਢੇ ਜਾਂਦੇ ਨੇ, ਕਿੰਨੀਆਂ ਧੌਣਾਂ ਕਿਹਦੀਆਂ ਵੱਢੀਆਂ ਜਾਂਦੀਆਂ, ਕਿੰਨੇ ਸਰੀਰ ਕਿਹਦੇ ਜ਼ਖਮੀ ਹੁੰਦੇ। ਤੇ ਜੰਗ ਵਿੱਚ ਪਤਾ ਲੱਗੇਗਾ ਵੀ ਕਿੰਨੇ ਸੂਰਮੇ ਕਿਹਦੇ ਧਰਤੀ ਦੇ ਵਿਛੇ ਹੋਏ ਨੇ ਤੇ ਕਿਹਦੇ ਕਿੰਨੇ ਬਚੇ ਹੋਏ ਨੇ। ਤੇ ਜਦੋਂ ਆਮਣੇ ਸਾਹਮਣੇ ਹੋਵਾਂਗੇ ਉਦੋਂ ਪਤਾ ਲੱਗਣਾ ਵੀ ਕਿੰਨੀ ਸੂਰਮਤਾਈ ਹੈ। ਅਬ ਜਾਣੈ ਨਿਜਹਾਨ ਗੁਮਾਨੀ ਤੇ ਉਸ ਵੇਲੇ ਫਿਰ ਇਹ ਜਾਣਨਗੇ ਵੀ ਗੁਰੂ ਦੀ ਕਿੰਨੀ ਸਮਰੱਥਾ ਹੈ। ਪਰ ਜਾਣਨਗੇ ਉਦੋਂ ਜਦੋਂ ਅਸੀਂ ਜੰਗ ਦੇ ਵਿੱਚ ਇਹਨਾਂ ਨੂੰ ਹੱਥ ਦਿਖਾਵਾਂਗੇ। ਰਹਿ ਮੈਂ ਮਹਿਮਾਨ ਜਾਣੀ ਇਹ ਝੂਰਨਗੇ ਬਾਅਦ ਵਿੱਚ, ਪਰ ਬਾਅਦ ਵਿੱਚ ਝੂਰਿਆ ਕੰਮ ਨਹੀਂ ਨਾ ਹੁੰਦਾ। ਅੱਜ ਤੇ ਇਹਨਾਂ ਦੇ ਮਨ ਵਿੱਚ ਹੰਕਾਰ ਹੈ ਕਿ ਅਸੀਂ ਗੁਰੂ ਨਾਲੋਂ ਤਕੜੇ ਆ, ਬਲ ਵਾਲੇ, ਤਾਕਤ ਵਾਲੇ। ਪਰ ਜੰਗ ਦੇ ਵਿੱਚ ਜਦੋਂ ਹਾਰ ਕੇ ਭੱਜਣਗੇ ਨਾ, ਫਿਰ ਆਪਣੇ ਘਰੇ ਬੈਠ ਕੇ ਪਛਤਾਉਣਗੇ ਵੀ ਇਹ ਸਾਡੇ ਕੋਲ ਕੀ ਹੋ ਗਿਆ, ਅਸੀਂ ਗਲਤ ਥਾਂ ਤੇ ਪੰਗਾ ਲੈ ਬੈਠੇ। ਬਾਅਦ ਵਿੱਚ ਇਹਨਾਂ ਨੂੰ ਝੂਰਨਾ ਪਵੇਗਾ। ਪਰ ਉਹ ਉਦੋਂ ਸਮਾਂ ਆਵੇਗਾ ਜਦੋਂ ਜੰਗ ਦੇ ਵਿੱਚੋਂ ਮਾਰ ਕੇ ਇਹਨਾਂ ਨੂੰ ਭਜਾਵਾਂਗੇ। ਇੱਕ ਨਰ ਕੋ ਹੁਤ ਸੁਭਾਉ ਸੋ ਕਹਿਣ ਲੱਗੇ ਕੁਝ ਲੋਕ ਹੁੰਦੇ ਨੇ, ਉਹਨਾਂ ਦਾ ਸੁਭਾਅ ਹੀ ਹੁੰਦਾ। ਪਰਮਾਤਮਾ ਨੇ ਜਿੰਨੇ ਜੀਵ ਪੈਦਾ ਕੀਤੇ ਨਾ, ਸਾਰਿਆਂ ਨੂੰ ਵੱਖੋ ਵੱਖਰਾ ਦਿਮਾਗ ਦਿੱਤਾ ਹੈ, ਵੱਖੋ ਵੱਖਰਾ ਸੁਭਾਅ ਦਿੱਤਾ। ਮਾਂ ਬਾਪ ਦੇ 4 ਪੁੱਤਰ ਨੇ ਨਾ ਘਰ ਦੇ ਵਿੱਚ, ਚੌਹਾਂ ਦਾ ਸੁਭਾਅ ਵੱਖੋ ਵੱਖਰਾ, ਚੌਹਾਂ ਦੀ ਮੱਤ ਵੱਖੋ ਵੱਖਰੀ ਹੈ। ਪਰਮਾਤਮਾ ਨੇ ਦੁਨੀਆ ਹੀ ਇਹੋ ਜਿਹੀ ਬਣਾਈ ਹੈ। ਮੇਰੇ ਪ੍ਰਭ ਖੇਜ ਉਪਾਇਆ ਕੋਈ ਨਾ ਕਿਸੇ ਜਿਹਾ ਉਪਾਇਆ। ਰੱਬ ਨੇ ਇੱਕ ਵਰਗਾ ਦੂਜਾ ਪੈਦਾ ਹੀ ਨਹੀਂ ਕੀਤਾ। ਨਾ ਕਿਸੇ ਦਾ ਸਰੀਰ ਦਾ ਚਿਹਨ ਵਾਲੇ, ਨਾ ਸੁਭਾਅ ਵਾਲੇ, ਨਾ ਮੱਤ ਵਾਲੇ, ਨਾ ਵਿਚਾਰ ਵਾਲੇ, ਹਰੇਕ ਨੂੰ ਵੱਖਰਾ ਬਣਾ ਕੇ ਰੱਖਿਆ। ਕਹਿਣ ਲੱਗੇ ਕੁਝ ਦੁਨੀਆ ਵਿੱਚ ਬੰਦੇ ਉਹ ਹੁੰਦੇ ਨੇ, ਉਹਨਾਂ ਦਾ ਸੁਭਾਅ ਦੁਨੀਆ ਵਿੱਚ ਐਸਾ ਬਣ ਜਾਂਦਾ ਹੈ। ਮਾਰ ਖਾਏ ਸਮਝੈ ਪਛਤਾਉ ਉਹਨਾਂ ਨੇ ਪਹਿਲਾਂ ਪੰਗਾ ਲੈਣ ਲੱਗਿਆ ਨਹੀਂ ਦੇਖਣਾ ਤੇ ਜੁੱਤੀਆਂ ਉਹਨਾਂ ਸਾਰਿਆਂ ਕੋਲੋਂ ਖਾਣੀਆਂ। ਕਈ ਬੰਦਿਆਂ ਦਾ ਸੁਭਾਅ ਹੀ ਇਹੋ ਜਿਹਾ ਹੁੰਦਾ ਵੀ ਉਹਨਾਂ ਦੀ ਜ਼ੁਬਾਨ ਦੇ ਉੱਪਰ ਗਾਲ ਚੜੀ ਹੁੰਦੀ ਹੈ, ਮਾੜਾ ਬੋਲਣਾ ਚੜਿਆ ਹੁੰਦਾ। ਇਧਰੋਂ ਵੀ ਪੱਗ ਲਵਾਈ, ਉਧਰੋਂ ਵੀ ਪੱਗ ਲਵਾਈ, ਇਧਰੋਂ ਵੀ ਜੁੱਤੀਆਂ ਖਾਧੀਆਂ, ਉਧਰੋਂ ਵੀ ਮਾਰ ਖਾਧੀ। ਉਹ ਜਿੱਥੇ ਜਾਂਦੇ ਉਹ ਜੁੱਤੀਆਂ ਖਾ ਕੇ ਘਰੇ ਵਾਪਸ ਆਓ। ਕਾਰਨ ਕੀ ਹੈ? ਕਿਉਂਕਿ ਸੁਭਾਅ ਹੀ ਇਹੋ ਜਿਹਾ ਬਣਿਆ, ਜਿੰਨਾ ਚਿਰ ਮਾਰ ਨਹੀਂ ਪੈਂਦੀ ਉਹਨਾਂ ਨੂੰ ਰੋਟੀਆਂ ਜਮਣੀ ਹੁੰਦੀ। ਸੁਭਾਅ ਬਣ ਜਾਂਦਾ ਕਿਉਂਕਿ ਜ਼ੁਬਾਨ ਹੈ ਨਾ, ਜ਼ੁਬਾਨ ਦੇ ਨਾਲ ਮਿੱਠਾ ਬੋਲੇਗਾ ਤੇ ਸਤਿਕਾਰ ਹੈ, ਮਾੜਾ ਬੋਲੇਗਾ ਤੇ ਮਾਰ ਪੈਂਦੀ। ਕੋਈ ਵਿਅਕਤੀ ਬਣ ਗਿਆ ਨਾ, ਸਾਧ ਬਣ ਗਿਆ ਤੇ ਸਾਧ ਬਣ ਗਿਆ। ਹੁਣ ਜ਼ੁਬਾਨ ਬੜੀ ਮਾੜੀ ਹੈ, ਮਾੜੀ ਜ਼ੁਬਾਨ ਨਾਲ ਮਾਰ ਪਵੇ। ਚੌਲ ਮੰਗ ਲੈ ਕਿਸੇ ਦੇ ਘਰੋਂ ਜਾ ਕੇ, ਕਿਸੇ ਮਾਤਾ ਮਾਈ ਨੂੰ ਆਖਿਆ, ਕਹਿਣ ਲੱਗਾ ਮੇਰੇ ਚੌਲ ਬਣਾ ਦੇ, ਭੁੱਖ ਲੱਗੀ ਹੈ। ਮਾਤਾ ਬੀਬੀ ਨੇ ਚੌਲ ਧਰਤੇ ਚੁੱਲ੍ਹੇ ਤੇ, ਜ਼ੁਬਾਨ ਬੜੀ ਮਾੜੀ ਹੈ। 4 ਚਪੇਰੇ ਲਿਖਿਆ, ਕਹਿਣ ਲੱਗਾ ਮਾਤਾ ਘਰ ਦੇ ਵਿੱਚ ਮੱਝ ਬੜੀ ਮੋਟੀ ਬੱਧੀ ਹੈ, ਬੜੀ ਤਗੜੀ ਮੱਝ ਰੱਖੀ ਹੈ। ਦਰਵਾਜ਼ਾ ਤੇਰਾ ਨਿੱਕਾ ਜਿਹਾ ਬਾਹਰ ਨੂੰ ਜਾਣ ਵਾਲਾ, ਜੇ ਮੱਝ ਮਰ ਗਈ ਤੇ ਬਾਹਰ ਕਿੱਧਰ ਦੀ ਕੱਢੇ। ਮਾਈ ਨੂੰ ਗੁੱਸਾ ਆ ਗਿਆ, ਮੇਰੀ ਏਡੀ ਬੜੀ ਮੱਝ ਹੈ, ਦੁੱਧ ਦਿੰਦੀ ਹੈ, ਮੈਂ ਜੇ ਚੌਲ ਬਣਾ ਕੇ ਦਿੰਦੀ ਪਈ, ਇਹ ਆਖਦਾ ਜੇ ਮੱਝ ਮਰ ਗਈ ਤੇ ਬਾਹਰ ਕਿੱਧਰ ਦੀ ਕੱਢੇਗਾ। ਮਾੜਾ ਹੀ ਸੋਚਦਾ ਪਿਆ। ਫਿਰ ਵੀ ਚਲੋ ਗੁੱਸੇ ਨੂੰ ਦਰਿਆ, ਕਹਿਣ ਲੱਗੀ ਵੀ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਮੱਝ ਕਿਉਂ ਮਰੇ, ਇਹਦੀ ਲੰਬੀ ਉਮਰ ਆ ਕੇ ਦੁੱਧ ਪੀਣ ਨੂੰ ਮਿਲਦਾ। ਪਰ ਮਾੜੀ ਜ਼ੁਬਾਨ ਵਾਲਾ ਬੰਦਾ ਟਲਦਾ ਨਹੀਂ। ਥੋੜੇ ਚਿਰ ਬਾਅਦ ਬੋਲਿਆ, ਕਹਿਣ ਲੱਗਾ ਮਾਤਾ ਪੁੱਤਰ ਕਿੰਨੇ ਨੇ? ਕਹਿਣ ਲੱਗੀ ਇੱਕੋ ਹੀ ਹੈ। ਤੇ ਕਹਿਣ ਲੱਗਾ ਜੇ ਇਹ ਮਰ ਗਿਆ ਤੇ ਫਿਰ ਕੀ ਕਰੇ? ਉਹਨੂੰ ਗੁੱਸਾ ਆ ਗਿਆ, ਕਹਿਣ ਲੱਗੀ ਵੀ ਕਿਤੇ ਚੌਲ ਬਣਾਵਾ, ਕਦੇ ਮੱਝ ਮਾਰਦਾ, ਕਦੇ ਪੁੱਤਰ ਮਾਰਦਾ। ਉਹਨੇ ਉਹ ਕੱਚੇ ਪੱਕੇ ਚੌਲ ਬਣੇ ਨਹੀਂ, ਪਤੀਲੇ ਵਿੱਚ ਪਾਣੀ ਤੁਰਿਆ ਕਰਦਾ, ਚੌਲ ਤੁਰੇ ਫਿਰਦੇ ਵਿੱਚ ਚੁੱਕਿਆ ਪਤੀਲਾ, ਕਹਿਣ ਲੱਗੀ ਝੋਲੀ ਕਰ। ਝੋਲੀ ਕੀਤੀ, ਪਤੀਲਾ ਵਿੱਚ ਪਲਟਿਆ, ਕਹਿਣ ਲੱਗੀ ਨਿਕਲ ਜਾ ਮੇਰੇ ਘਰੋਂ ਬਾਹਰ।
ਬਾਹਰ ਤੁਰਿਆ ਜਾਂਦਾ ਉਹ ਚੌਲਾਂ ਦਾ ਪਾਣੀ ਥੱਲੇ ਪੈਰਾਂ ਦੇ ਪੈਂਦਾ, ਲੱਤਾਂ ਦੇ ਪੈਂਦਾ, ਲੱਤਾਂ ਸੜਦੀਆਂ ਪਈਆਂ। ਤੇ ਰਾਹ ਜਾਂਦੇ ਕਿਸੇ ਬੰਦੇ ਨੇ ਪੁੱਛਿਆ, ਕਹਿਣ ਲੱਗਾ ਕੀ ਹੁੰਦਾ ਪਿਆ? ਕਹਿਣ ਲੱਗਾ ਮੇਰੀ ਜ਼ੁਬਾਨ ਦਾ ਰਸ ਚੁੰਦਾ ਪਿਆ। ਜੇ ਮੈਂ ਚੰਗਾ ਬੋਲਦਾ ਉਹਨੇ ਚੌਲ ਬਣਾ ਕੇ ਵਿੱਚ ਮੱਖਣੀ ਪਾ ਕੇ ਤੇ ਮੈਨੂੰ ਖਵਾਉਣੇ ਸੀ ਠੰਡੇ ਕਰਕੇ। ਮਾੜਾ ਬੋਲਿਆ ਤੇ ਆ ਵੇਖ ਲੱਤਾਂ ਸੜਦੀਆਂ ਪਈਆਂ, ਚੌਲ ਵੀ ਕੱਚੇ ਰਹਿ ਗਏ। ਭਾਵ ਇਹ ਹੈ ਕਈਆਂ ਬੰਦਿਆਂ ਦਾ ਸੁਭਾਅ ਹੀ ਹੁੰਦਾ ਹੈ ਵੀ ਉਹਨਾਂ ਨੇ ਹਰੇਕ ਥਾਂ ਤੇ ਬੋਲਣਾ ਮਾੜਾ ਹੀ ਹੈ ਤੇ ਜੁੱਤੀਆਂ ਖਾ ਕੇ ਉੱਥੋਂ ਵਾਪਸ ਉਹਨਾਂ ਨੇ ਆਉਣਾ ਹੁੰਦਾ। ਇਹ ਸਿੱਖ ਕਹਿ ਰਿਹਾ ਮਹਾਰਾਜ ਦਾ, ਕਹਿਣ ਲੱਗਾ ਮਾਤਾ ਜੀ ਇਹ ਰੱਬ ਨੇ ਸੁਭਾਅ ਬਣਾਇਆ ਹੁੰਦਾ, ਉਹ ਜੁੱਤੀਆਂ ਖਾਣ ਵਾਲੇ ਦੀ ਬਸ ਦੀ ਗੱਲ ਨਹੀਂ ਹੁੰਦੀ, ਉਹਦਾ ਸੁਭਾਅ ਹੀ ਇਹੋ ਜਿਹਾ ਬਣਿਆ। ਕਈ ਗੁਰੂ ਘਰ ਵੀ ਇਹੋ ਜਿਹੇ ਲੋਕ ਆ ਜਾਂਦੇ, ਇੱਥੇ ਆ ਕੇ ਉਹਨਾਂ ਨੇ ਕਿੰਤੂ ਪਰੰਤੂ ਸ਼ੰਕਾ ਲੜਾਈ ਝਗੜਾ ਜੋ ਬਾਹਰ ਹੋ ਇੱਥੇ। ਤੇ ਜੇ ਉਹਨਾਂ ਨੂੰ ਪੁੱਛੇ ਨਾ ਪਹਿਲਾਂ ਵੀ ਇਹੋ ਜਿਹਾ ਕੁਝ ਹੋਇਆ, ਉਹ ਕਹਿਣ ਲੱਗੇ ਸਾਰੀ ਜ਼ਿੰਦਗੀ ਇਹੋ ਕੁਝ ਸਾਡੇ ਨਾਲ ਹੋਇਆ। ਭਾਵ ਇਹ ਵੀ ਜ਼ੁਬਾਨ ਹੀ ਇਹੋ ਜਿਹੀ ਹੈ, ਨਾ ਪਿੱਛੇ ਟਿਕੇ ਨਾ ਅੱਗੇ ਟਿਕੇ। ਸੋ ਇਹ ਸੁਭਾਅ ਬਣ ਜਾਂਦਾ। ਕਹਿਣ ਲੱਗੇ ਵੀ ਕਈਆਂ ਦਾ ਸੁਭਾਅ ਹੀ ਹੁੰਦਾ ਮਾੜਾ ਬੋਲ ਕੇ ਤੇ ਮਾਰ ਖਾਂਦੇ ਹਨ। ਇਹਨਾਂ ਮੈਂ ਭੀਮ ਚੰਦ ਹਮ ਜਾਵਾਂ। ਤੇ ਇਹ ਸਿੱਖ ਕਹਿ ਰਿਹਾ, ਕਹਿਣ ਲੱਗਾ ਵੀ ਇਹ ਭੀਮ ਚੰਦ ਰਾਜਾ ਬਿਲਕੁਲ ਸੇਮ ਉਸੇ ਤਰ੍ਹਾਂ ਦਾ ਹੈ ਜਿਹੜੇ ਬੰਦੇ ਦੀ ਆਪਾਂ ਗੱਲ ਸੁਣੀ ਹੈ ਵੀ ਮਾੜਾ ਬੋਲ ਕੇ ਮਾਰ ਖਾਂਦਾ। ਕਹਿਣ ਲੱਗੇ ਉਹਨਾਂ ਬੰਦਿਆਂ ਵਿੱਚ ਭੀਮ ਚੰਦ ਦਾ ਨਾਮ ਵੀ ਦਰਜ ਕਰ ਲਓ ਵੀ ਇਹ ਵੀ ਉਹੀ ਬੰਦਾ ਹੈ, ਇਹਨੇ ਬੋਲਣੋਂ ਹਟਣਾ ਨਹੀਂ ਤੇ ਮਾਰ ਖਾਣੋਂ ਇਹਨੇ ਹਟਣਾ। ਇਹ ਭੀਮ ਚੰਦ ਵੀ ਉਹਨਾਂ ਵਰਗਾ ਹੈ। ਗੁਰ ਪ੍ਰਭਾਵ ਮਦ ਕਰਨਾ ਮਨ। ਕਿਉਂਕਿ ਗੁਰੂ ਦਾ ਪ੍ਰਭਾਵ ਇਹਨੇ ਹੰਕਾਰ ਕਰਕੇ ਨਹੀਂ ਮੰਨਿਆ। ਗੁਰੂ ਹੈ ਵੱਡਾ, ਗੁਰੂ ਹੈ ਸਮਰੱਥ, ਗੁਰ ਜੈਸਾ ਨਾਹੀ ਕੋ ਦੇਵ। ਗੁਰੂ ਵਰਗਾ ਤੇ ਕੋਈ ਦੇਵਤਾ ਨਹੀਂ ਹੋ ਸਕਦਾ। ਗੁਰੂ ਤੇ ਬੜਾ ਵੱਡਾ, ਪਰ ਭੀਮ ਚੰਦ ਦੇ ਮਨ ਵਿੱਚ ਹੰਕਾਰ ਵੀ ਮੈਂ ਵੱਡਾ। ਇਹ ਹੰਕਾਰ ਕਰਕੇ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਪ੍ਰਭਾਵ ਨੂੰ ਮੰਨਦਾ ਨਹੀਂ ਹੈ। ਸੋਨ ਕਿਰਪਾਲ ਮਾਤੁਰ ਨੇ ਕਹੇ। ਜਦੋਂ ਇਹ ਗੱਲ ਆਨੰਦ ਚੰਦ ਨੇ ਆਖੀ ਨਾ ਗੁਰੂ ਕੇ ਸਿੱਖ ਨੇ ਗੱਲਾਂ ਤੇ ਗੁਰੂ ਕੋ ਬੜੀਆਂ ਸਿਆਣੀਆਂ ਪਰ ਸਰਵਣ ਕੀਤੀਆਂ। ਜਦੋਂ ਇਹ ਗੱਲਾਂ ਕਹੀਆਂ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਾਮਾ ਜੀ ਕੋਲ ਹੀ ਬੈਠੇ ਸਨ, ਉਹ ਵੀ ਸੁਣਦੇ ਪਏ ਗੱਲਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਮਾਤਾ ਗੁਜਰੀ ਨਾਲ ਇਹ ਗੱਲ ਕਰਦੇ ਪਏ, ਇਕੱਠੇ ਬੈਠੇ ਹੋਏ ਪਰਿਵਾਰ ਦੇ ਵਿੱਚ, ਵਿਹੜੇ ਦੇ ਵਿੱਚ। ਇਹ ਸਿੱਖ ਆਨੰਦ ਚੰਦ ਵੀ ਕੋਲ ਬੈਠਾ ਗੱਲ ਕਰਦਾ ਪਿਆ, ਹੁਣ ਮਾਮਾ ਜੀ ਵੀ ਉੱਥੇ ਹੀ ਬੈਠੇ ਹੋਏ ਮਹਾਰਾਜ ਜੀਆਂ ਦੇ, ਉਹ ਵੀ ਸਾਰੀ ਗੱਲਬਾਤ ਸੁਣਦੇ ਪਏ ਤੇ ਉਹ ਵੀ ਕਹਿਣ ਲੱਗੇ ਆਨੰਦ ਚੰਦ ਜੋਧਾ ਪੜ ਰਹੇ। ਕਹਿਣ ਲੱਗੇ ਇਹ ਜਿਹੜਾ ਆਨੰਦ ਚੰਦ ਹੈ ਨਾ, ਇਹ ਕੱਲਾ ਪਸੰਦ ਨਹੀਂ ਹੈ, ਕੱਲੀ ਗ੍ਰਾਹੀ ਇਕੱਠੀ ਕਰਨੀ ਨਹੀਂ ਜਾਣਦਾ। ਇਹ ਸੂਰਮਾ ਵੀ ਬੜਾ ਵੱਡਾ ਹੈ, ਬਹੁਤ ਵੱਡਾ ਸੂਰਮਤਾ ਹੀ ਰੱਖਣ ਵਾਲਾ ਹੈ। ਮਸੰਦਨ ਤੇ ਇਹ ਨਿਆਰਾ, ਇਹ ਬਾਕੀ ਮਸੰਦਾਂ ਦੇ ਨਾਲੋਂ ਨਿਆਰਾ ਹੈ। ਕਿਉਂਕਿ ਮਹਿਕਮਾ ਕੋਈ ਵੀ ਹੋਵੇ ਉਹਦੇ ਵਿੱਚ ਸਾਰੇ ਚੰਗੇ ਨਹੀਂ ਹੁੰਦੇ, ਉਹਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ। ਮਹਿਕਮਾ ਬਦਨਾਮ ਜ਼ਰੂਰ ਹੋ ਜਾਂਦਾ ਹੈ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਈ ਉਹਦੇ ਵਿੱਚ ਬੜੇ ਬੜੇ ਚੰਗੇ ਵੀ ਹੁੰਦੇ ਤੇ ਕਈ ਚੰਗਿਆਂ ਦੇ ਵਿੱਚ ਬੜੇ ਮਾੜੇ ਵੀ ਹੁੰਦੇ। ਇਹ ਉਹਨੂੰ ਮਸੰਦ ਇੱਕ ਰੀਤ ਹੈ, ਇੱਕ ਪਰੰਪਰਾ ਹੈ, ਪਰ ਸਾਰੇ ਮਸੰਦ ਇੱਕੋ ਜਿਹੇ ਨਹੀਂ ਨਾ। ਕੁਝ ਮਸੰਦ ਉਹ ਨੇ ਜਿਹੜੇ ਧੋਖਾ ਕਰਦੇ, ਠੱਗੀ ਕਰਦੇ ਤੇ ਕਈ ਤਰ੍ਹਾਂ ਦਾ ਵਾਧਾ ਘਾਟਾ ਕਰਕੇ ਗੁਰੂ ਘਰ ਦੀ ਮਾਇਆ ਨੂੰ ਹੜਪ ਜਾਂਦੇ। ਕੁਝ ਉਹ ਨੇ ਜਿਹੜੇ ਪੂਰੇ ਸੱਚੇ ਤੇ ਸੁੱਚੇ ਨੇ, ਨਹੀਂ ਗੁਰੂ ਘਰ ਦੀ ਮਾਇਆ ਨੂੰ ਆਪਣੇ ਵਾਸਤੇ ਇਸਤੇਮਾਲ ਨਹੀਂ ਕਰਦੇ। ਮਾਮਾ ਕਿਰਪਾਲ ਚੰਦ ਜੀ ਕਹਿ ਰਹੇ, ਕਹਿਣ ਲੱਗੇ ਮਸੰਦ ਤੇ ਬਾਕੀ ਬਦਨਾਮ ਹੀ ਨੇ, ਪਰ ਇਹ ਵੀ ਆਨੰਦ ਚੰਦ ਮਸੰਦ ਹੈ, ਇਹ ਉਹਨਾਂ ਵਰਗਾ ਨਹੀਂ, ਇਹਦੀ ਸਾਫ ਸੁਥਰੀ ਕਮਾਈ ਹੈ। ਸਤਿਗੁਰ ਆਸ਼ੇ ਲੱਖ ਵੇ ਵਾਰੋ। ਜਿਹਨੇ ਗੁਰੂ ਦਾ ਆਸ਼ਾ ਜਾਣ ਲਿਆ ਨਾ, ਸਿਧਾਂਤ ਜਾਣ ਲਿਆ। ਗੁਰੂ ਦਾ ਸਿਧਾਂਤ ਜਾਣਨਾ ਬੜਾ ਔਖਾ। ਸਿਧਾਂਤ ਨੂੰ ਜਾਣ ਹੋ ਸਕਦਾ ਹੈ ਜਿਹਦੇ ਮਨ ਵਿੱਚ ਨਿਮਰਤਾ ਹੈ, ਜਿਹਦੇ ਮਨ ਵਿੱਚ ਪਿਆਰ ਹੈ, ਜਿਹਦੇ ਮਨ ਵਿੱਚ ਸ਼ਰਧਾ ਤੇ ਭਰੋਸੇ ਤੋਂ ਬਿਨਾਂ ਗੁਰੂ ਦਾ ਸਿਧਾਂਤ ਨਹੀਂ ਜਾਣਿਆ ਜਾਂਦਾ ਵੀ ਗੁਰੂ ਕਹਿ ਕੀ ਰਹੇ। ਬਾਬਾ ਬੁੱਢਾ ਸਾਹਿਬ ਦੇ ਜੀਵਨ ਦੀ ਸਾਖੀ ਹੈ ਨਾ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਦੇਖੋ ਬਾਹਰ ਰਾਤ ਕਿੰਨੀ ਲੰਘ ਗਈ। ਸਾਖੀ ਬੜੀ ਵੱਡੀ ਹੈ। ਸਿਧਾਂਤ ਕਿਵੇਂ ਜਾਣਨਾ? ਇੱਕ ਸਿੱਖ ਬਾਹਰ ਜਾਂਦਾ, ਵੇਖ ਕੇ ਆਉਂਦਾ ਤਾਰਿਆਂ, ਉਦੋਂ ਕਿਹੜਾ ਘੜੀਆਂ ਸਨ, ਤਾਰਿਆਂ ਦਾ ਹਿਸਾਬ ਕਿਤਾਬ ਵੀ ਕਿੰਨੇ ਕੁ ਲੰਘ ਗਏ, ਕਿੰਨੇ ਕੁ ਖਲੋਤੇ ਨੇ। ਅੱਧੀ ਰਾਤ ਲੰਘ ਗਈ ਹੈ, ਅੱਧੀ ਰਾਤ ਰਹਿ ਗਈ ਹੈ। ਦੂਜੇ ਨੂੰ ਭੇਜਿਆ, ਕਹਿਣ ਲੱਗੇ ਜਾ ਵੇਖ ਕੇ ਆਓ, ਵੀ ਅੱਧੀ ਰਾਤ ਲੰਘ ਗਈ ਹੈ। ਤੀਜੇ ਚੌਥੇ ਪੰਜਵੇਂ ਨੂੰ ਕਈਆਂ ਨੂੰ ਭੇਜਿਆ, ਜਾਓ ਵੇਖ ਕੇ ਆਓ ਕਿੰਨੀ ਰਾਤ ਲੰਘ ਗਈ ਤੇ ਕਿੰਨੀ ਰਹੀ। ਜਿਹਨੂੰ ਭੇਜਦੇ ਉਹ ਗੱਲ ਹੀ ਕਹਿੰਦਾ ਵੀ ਅੱਧੀ ਲੰਘ ਗਈ, ਕਿਉਂਕਿ ਬਾਕੀ ਅੱਧੀ ਰਾਤ ਲੰਘੀ ਸੀ ਉਸ ਵੇਲੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਈ ਲਹਿਣਾ ਸਾਹਿਬ ਨੂੰ ਭੇਜਿਆ, ਕਹਿਣ ਲੱਗੇ ਜਾ ਭਾਈ ਪੁਰਖਾ ਤੂੰ ਵੇਖ ਕੇ ਆ। ਤੇ ਭਾਈ ਲਹਿਣਾ ਜੀ ਬਾਹਰ ਗਿਆ, ਤਾਰੇ ਵੇਖੇ, ਸਮਝ ਗਿਆ ਵੀ ਰਾਤ ਤੇ ਵਾਕਿਆ ਹੀ ਅੱਧੀ ਲੱਗੀ ਹੈ। ਮਹਾਰਾਜ ਬਾਰ-ਬਾਰ ਪੁੱਛਦੇ ਗੱਲ ਤੇ ਕੋਈ ਹੈ, ਪਰ ਸਮਝ ਗਿਆ ਗੁਰੂ ਦਾ ਸਿਧਾਂਤ। ਜਦੋਂ ਅੰਦਰ ਆਏ ਨਾ ਤੇ ਮਹਾਰਾਜ ਨੇ ਪੁੱਛਿਆ ਵੀ ਕਿੰਨੀ ਰਾਤ ਲੱਗੀ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜਿੰਨੀ ਤੁਹਾਡਾ ਭਾਣਾ ਸੀ ਉਹਦੀ ਲੰਘ ਗਈ ਹੈ, ਜਿੰਨਾ ਭਾਣਾ ਹੈ ਉਨੀ ਹਾਲੇ ਬਾਕੀ ਹੈ।
बचन सुन के महाराज बड़े खुश होए भी इन्हें जानिया भी महाराज की पुछदे पे, की जानना चाहुंदे, की कहना चाहुंदे। बाकी दे सियाणप दे घोड़े भजाउंदे रहे। इन्ने घंटे रात लंघी है ते इन्ने घंटे रही है। जानिया उन्हें है भी महाराज ये पुछदे पे भी तुसी गुरु नूं की समझदे पे, गुरु नूं की जानदे पे। ये गुरु दा सिद्धांत समझना हरेक दे वस दी गल नहीं है। भाई लहणा साहब ही समझ सकदे ने। तां ही गुरमुखो गुरु अंगद साहब बन के दुनिया में प्रसिद्ध होए, जिन्हां ने गुरु दे सिद्धांत नूं जानिया है। श्री कलगीधर सो मुस्काए। गुरु कलगीधर पातशाह बैठे हुए सारियां गल्लां बातां सुन के महाराज मुस्कुरा गए भी ठीक साडे सिखां नूं साडे उपर भावना है। निश्चय इमही तथा बताए। ते सतगुरु जानदे ने भी वाकिया ही ਜਿਹੜੀਆਂ ਗੱਲਾਂ आनंद चंद ने आखियां ने निश्चय दे उपर रखो, भरोसा रखो। गुरु वाकिया ही शेर है, मच्छर शेर दा बिगाड़ कुछ नहीं सकदा। गुरु वाकिया ही समुंदर है, पानी का गिलास या पानी की एक बूंद समुंदर का मुकाबला नहीं कर सकती है। जिन्हां ने ये निश्चय रखिया, भरोसा रखिया, वो संसार तो परे हन। को हाथ कहता क्योंकि ये जिहड़ा हथियार होगा ना, ये हथियार सूरमताई का प्रतीक है। जिन्हां ने हथियार रखे ने, हथियार रख के जिन्हां ने कमाई की है, शस्त्र विद्या जिन्हां ने सीखी हुई है, जिहड़े शस्त्र विद्या नूं कमाउंदे हन। नित प्रत को अभ्यास चाहता। ये जिहड़ा आनंद चंद पसंद है गुरु घर दा, ये साडे वर्गा नहीं भी प्रशादा पानी छकिया ते चलो सो जाइए, नहीं। ये रोज शस्त्र विद्या नूं कमाउंदा है, रोज तलवार कट के ते अखाड़े विच जांदा है, उत्थे रोज अभ्यास करदा, रोज बंदूक चुकदा ते ओहदा निशाना ला के विखाउंदा, रोज तीर कमान चुकदा ते निशाना रोज दी रोज मेहनत करदा है। पता भी जग दे विच ये चीज़ां काम आउंदियां। ऐसी कमाई वाला एक गुरु का सिख है। सो बचन आ गया, कहने लगे भी रोज दी रोज अभ्यास करदा है। चंद महाराज सुन के बचन बड़े खुश होए भी वाकई साडे सिख दा साडे उपर कितना निश्चय, कितना भरोसा है, इहदा मन नहीं डोलिया। धन 10वें पातशाह महाराज जी इस तरह अपनी माता जी माता गुजरी जी के कोल बैठे ने, बचन विलास करते पे। ये बचन इतिहास आपां सरवण कीता है। महाराज साहब जी अगे की कौतुक वरताउंदे ने, किस तरह ये पहाड़ी राजियां दे नाल महाराज जी सो ये जग जोधा समा बनेगा, की कौतुक महाराज वरताउणगे अगले दीवान में सरवण करांगे। समय की समाप्ति, फुलां दी मुआफी, वचनोपदेश गुरु का हृदय बसे, फुलां दास दियां माफ कर। लेखा कथा है न छूटी है, बख्शनहार बख्श लै। वाहिगुरु जी का खालसा, वाहिगुरु जी। वाहिगुरु साहिब जी तुदे आ गए अरदास हमारी, जियो बिन सब तेरा, कहो नानक सब तेरी वडियाई, कोई नाम ना जाने मेरा। वाहिगुरु साहिब जी सूरत महला पंजवा। परमेश्वर पिता बना